that much God done great things for us. ਪਰਮੇਸ਼ਰ ਨੇ ਸਾਡੇ ਲਈ ਇੰਨੇ ਮਹਾਨ ਕੰਮ ਕੀਤੇ। That's why God inspired me to give thanks unto God for all the benefits. ਇਸ ਕਰਕੇ ਸਾਨੂੰ ਪਰਮੇਸ਼ਰ ਦੇ ਸਾਰੇ ਉਪਕਾਰਾਂ ਦੇ ਲਈ ਉਸ ਦੇ ਸ਼ੁਕਰਗੁਜ਼ਾਰ ਹੋਣ ਦੇ ਲਈ ਪਰਮੇਸ਼ਰ ਉਤਸੁਕ ਕਰਦਾ ਹੈ। That's why today we have to think about that. ਅੱਜ ਸਾਨੂੰ ਉਸ ਦੇ ਬਾਰੇ ਸੋਚਣਾ ਚਾਹੀਦਾ ਹੈ। 103 Psalm 1 to 5 verses. 103 ਜ਼ਬੂਰ 1 ਤੋਂ ਲੈ ਕੇ 5 ਵਚਨ। 1 to 6. 1 ਤੋਂ ਲੈ ਕੇ 6 ਵਚਨ। Psalms 103. 103 ਜ਼ਬੂਰ। हे मेरी जान ਯਹੋਵਾ ਨੂੰ ਮੁਬਾਰਕ ਆਖ ਅਤੇ ਜੋ ਕੁਛ ਮੇਰੇ ਅੰਦਰ ਹੈ ਉਹਦੇ ਪਵਿੱਤਰ ਨਾਮ ਨੂੰ। हे ਮੇਰੀ ਜਾਨ ਯਹੋਵਾ ਨੂੰ ਮੁਬਾਰਕ ਆਖ ਅਤੇ ਉਹਦੇ ਸਾਰੇ ਉਪਕਾਰ ਨਾ ਵਿਸਾਰ। ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ। ਉਹ ਸਾਰੇ ਰੋਗਾਂ ਤੋਂ ਤੈਨੂੰ ਨਰੋਇਆ ਕਰਦਾ ਹੈ। ਉਹ ਤੇਰੀ ਜ਼ਿੰਦ ਨੂੰ ਟੋਏ ਤੋਂ ਨਿਸਤਾਰਾ ਦਿੰਦਾ ਹੈ। ਉਹ ਤੇਰੇ ਸਿਰ ਉੱਤੇ ਦਇਆ ਤੇ ਰਹਿਮ ਦਾ ਮੁਕਟ ਰੱਖਦਾ ਹੈ। ਉਹ ਭਲਾਈ ਨਾਲ ਤੇਰੇ ਮੂੰਹ ਨੂੰ ਰਜਾਉਂਦਾ ਹੈ। ਤੂੰ ਉਕਾਬ ਵਾਂਗੂ ਆਪਣੀ ਜ਼ੁਬਾਨੀ ਨੂੰ ਨਵਾਂ ਕਰਦਾ ਹੈ। ਯਹੋਵਾ ਧਰਮ ਦੇ ਕੰਮ ਅਤੇ ਨਿਆਂ ਸਭ ਦਵਾਏ ਹੋਇਆਂ ਦੇ ਲਈ ਕਰਦਾ ਹੈ। Bless the Lord, O my soul, and all that is within me. Bless his holy name. Bless the Lord, O my soul, and forget not all his benefits, who forgiveth all thine iniquities, who healeth all thy diseases, who redeemeth thy life from destruction, who crowneth thee with loving kindness and tender mercies, who satisfieth thy mouth with good things, so that thy youth is renewed like the eagles. The Lord executeth righteousness and judgment for all that are oppressed. King David wrote this psalm. ਰਾਜਾ ਦਾਊਦ ਨੇ ਇਹ ਜ਼ਬੂਰ ਲਿਖਿਆ ਹੈ। He is a grateful man under the sun in the Old Testament days. ਪੁਰਾਣੇ ਨਿਯਮ ਦੇ ਦਿਨਾਂ ਦੇ ਵਿੱਚ ਸੂਰਜ ਦੇ ਹੇਠਾਂ ਉਹ ਸਭ ਤੋਂ ਵੱਧ ਪਰਮੇਸ਼ਰ ਦਾ ਸ਼ੁਕਰਗੁਜ਼ਾਰ ਇੱਕ ਵਿਅਕਤੀ ਸੀ। Whatever God done in his life, he give thanks unto God. ਪਰਮੇਸ਼ਰ ਉਹਦੇ ਜੀਵਨ ਦੇ ਵਿੱਚ ਜੋ ਕੁਝ ਵੀ ਕਰਦਾ ਸੀ ਉਸ ਦੇ ਲਈ ਉਹ ਪਰਮੇਸ਼ਰ ਦਾ ਧੰਨਵਾਦ ਕਰਦਾ ਸੀ। That's why we have to learn, give thanks unto God for everything, every benefit. ਇਸ ਕਰਕੇ ਸਾਨੂੰ ਹਰੇਕ ਗੱਲ ਦੇ ਲਈ ਪਰਮੇਸ਼ਰ ਦੇ ਹਰੇਕ ਉਪਕਾਰ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਨਾ ਸਿੱਖਣਾ ਚਾਹੀਦਾ ਹੈ। Then only we can see the power of God and grace of God. ਤਾਂ ਜੇ ਅਸੀਂ ਪਰਮੇਸ਼ਰ ਦੀ ਸਮਰੱਥਾ ਤੇ ਉਸ ਦੀ ਕਿਰਪਾ ਨੂੰ ਵੇਖ ਸਕਦੇ ਹਾਂ। Now, generally I want to tell that we need all the grateful heart to give thanks unto God. ਮੈਂ ਆਮ ਤੌਰ ਤੇ ਦੱਸਣਾ ਚਾਹਦਾ ਹਾਂ ਕਿ ਪਰਮੇਸ਼ਰ ਦਾ ਧੰਨਵਾਦ ਕਰਨ ਦੇ ਲਈ ਸਾਨੂੰ ਸ਼ੁਕਰਗੁਜ਼ਾਰੀ ਵਾਲਾ ਦਿਲ ਚਾਹੀਦਾ ਹੈ। In our convention, really God done the great things in our life. ਸੱਚਮੁੱਚ ਸਾਡੇ ਸੰਮੇਲਨ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਨੇ ਮਹਾਨ ਕੰਮ ਕੀਤੇ। But so many children of God, they won't realize what God done great things in their life. ਪਰ ਬਹੁਤ ਸਾਰੇ ਪਰਮੇਸ਼ਰ ਦੇ ਬੱਚੇ ਇਹ ਅਹਿਸਾਸ ਨਹੀਂ ਕਰਦੇ ਕਿ ਪਰਮੇਸ਼ਰ ਨੇ ਉਹਨਾਂ ਦੇ ਜੀਵਨ ਦੇ ਵਿੱਚ ਕਿਹੜੇ-ਕਿਹੜੇ ਮਹਾਨ ਕੰਮ ਕੀਤੇ। What Israel done in their life. ਅਤੇ ਇਸਰਾਇਲੀਆਂ ਦੇ ਜੀਵਨ ਵਿੱਚ ਪਰਮੇਸ਼ਰ ਨੇ ਕੀ ਕੀਤਾ। They very soon they forget all his benefits. ਉਹ ਪਰਮੇਸ਼ਰ ਦੇ ਸਾਰੇ ਉਪਕਾਰਾਂ ਨੂੰ ਬਹੁਤ ਜਲਦੀ ਭੁੱਲ ਗਏ। 106. 106 ਜ਼ਬੂਰ। Psalm 106. 13th verse. 106 ਜ਼ਬੂਰ 13 ਵਚਨ। ਉਹਨਾਂ ਨੇ ਉਜਾੜ ਵਿੱਚ ਵੱਡੀ ਹਿਰਸ ਕੀਤੀ। ਉਹ ਉਹਦੇ ਕੰਮਾਂ ਨੂੰ ਛੇਤੀ ਹੀ ਭੁੱਲ ਗਏ। ਉਹਨਾਂ ਨੇ ਉਹਦੀ ਸਲਾਹ ਦੀ ਉਡੀਕ ਨਾ ਕੀਤੀ। They soon forget his works. They waited not for his counsel. They forget whatever done in their life, they forget so soon. ਪਰਮੇਸ਼ਰ ਨੇ ਉਹਨਾਂ ਦੇ ਜੀਵਨ ਵਿੱਚ ਜੋ ਵੀ ਕੰਮ ਕੀਤੇ ਸੀ ਉਹ ਛੇਤੀ ਭੁੱਲ ਗਏ। Children of Israel, they have forgotten all the benefits God done in the wilderness.
ਪਰ ਇਸرائیਲੀ ਬੱਚੇ ਪਰਮੇਸ਼ਰ ਨੇ ਉਜਾੜ ਵਿੱਚ ਉਹਨਾਂ ਲਈ ਜੋ ਭਲਾਈਆਂ ਤੇ ਉਪਾਰ ਕੀਤੇ ਸੀ ਉਹ ਛੇਤੀ ਭੁੱਲ ਗਏ। God delivered them from the power of the Pharaoh and all the enemies. ਪਰਮੇਸ਼ਰ ਨੇ ਉਹਨਾਂ ਨੇ ਫਿਰਾਉਨ ਦੀ ਸ਼ਕਤੀ ਤੇ ਉਹਨਾਂ ਦੇ ਸਾਰੇ ਦੁਸ਼ਮਣਾਂ ਤੋਂ ਉਹਨਾਂ ਨੂੰ ਛੁਡਾਇਆ। And God made them to journey towards Canaan. ਪਰਮੇਸ਼ਰ ਨੇ ਉਹਨਾਂ ਨੂੰ ਕਨਾਨ ਵੱਲ ਯਾਤਰਾ ਕਰਨ ਦੇ ਲਈ ਸਹਾਇਤਾ ਕੀਤੀ। Not only that, when the Red Sea come before them, God divided into two parts. ਕੇਵਲ ਇੰਨਾ ਹੀ ਨਹੀਂ, ਜਦ ਉਹਨਾਂ ਦੇ ਸਾਹਮਣੇ ਲਾਲ ਸਮੁੰਦਰ ਆ ਗਿਆ ਤਾਂ ਪਰਮੇਸ਼ਰ ਨੇ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। And they walked in the sea on the dry land. ਅਤੇ ਉਹ ਸਮੁੰਦਰ ਦੇ ਵਿੱਚੋਂ ਇਸ ਤਰ੍ਹਾਂ ਲੰਘੇ ਜਿਸ ਤਰ੍ਹਾਂ ਸੁੱਕੀ ਜ਼ਮੀਨ ਦੇ ਵਿੱਚੋਂ ਲੰਘੀਦਾ ਹੈ। God fed them with manna. ਪਰਮੇਸ਼ਰ ਨੇ ਮਨ ਦੇ ਨਾਲ ਉਹਨਾਂ ਦਾ ਪਾਲਣ ਪੋਸ਼ਣ ਕੀਤਾ। God sent the water every time. ਪਰਮੇਸ਼ਰ ਹਰੇਕ ਸਮੇਂ ਉਹਨਾਂ ਨੂੰ ਪਾਣੀ ਮੁਹੱਈਆ ਕਰਵਾਉਂਦਾ ਰਿਹਾ। Till they reached the Canaan, God supplied all their needs. ਕਨਾਨ ਪਹੁੰਚਣ ਤੱਕ ਪਰਮੇਸ਼ਰ ਨੇ ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰੀਆਂ ਕੀਤਾ। So many benefits God done for them. ਪਰਮੇਸ਼ਰ ਨੇ ਉਹਨਾਂ ਦੇ ਲਈ ਬਹੁਤ ਸਾਰੇ ਉਪਕਾਰ ਕੀਤੇ। So many benefits God done for them. ਪਰਮੇਸ਼ਰ ਨੇ ਉਹਨਾਂ ਦੇ ਲਈ ਬਹੁਤ ਸਾਰੇ ਉਪਕਾਰ ਕੀਤੇ। But they forget it very soon. ਪਰ ਉਹ ਬਹੁਤ ਜਲਦੀ ਭੁੱਲ ਗਏ। But in our convention, God done so many great things. ਪਰ ਸਾਡੇ ਸੰਮੇਲਨ ਦੇ ਵਿੱਚ ਪਰਮੇਸ਼ਰ ਨੇ ਬਹੁਤ ਸਾਰੇ ਮਹਾਨ ਕੰਮ ਕੀਤੇ। Behind our limits, God done great things. ਸਾਡੀ ਸੋਚ ਸਮਝ ਤੋਂ ਵੱਧ ਕੇ ਪਰਮੇਸ਼ਰ ਨੇ ਮਹਾਨ ਕੰਮ ਕੀਤੇ। That's why we give thanks unto God. ਇਸੇ ਕਰਕੇ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਨਾ ਹੈ। We have to glorify our God's name. ਅਸੀਂ ਆਪਣੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਨੀ ਹੈ। Whosoever thinking that these great things God done for us, you have to give thanks every day also. ਜਿਹੜੇ ਇਹ ਸੋਚਦੇ ਹਨ ਕਿ ਪਰਮੇਸ਼ਰ ਨੇ ਸਾਡੇ ਲਈ ਮਹਾਨ ਕੰਮ ਕੀਤੇ, ਉਹ ਹਰ ਰੋਜ਼ ਪਰਮੇਸ਼ਰ ਦਾ ਧੰਨਵਾਦ ਕਰਨੇ ਚਾਹੀਦੇ ਹਨ। Especially God wonderfully renew all the faith of. ਖਾਸ ਕਰਕੇ ਪਰਮੇਸ਼ਰ ਨੇ ਅਦਭੁਤ ਤਰੀਕੇ ਦੇ ਨਾਲ ਸਾਰੇ ਵਿਸ਼ਵਾਸ ਕਰਨ ਨੂੰ ਨਵਿਆਂ ਕਰਨ ਦੇ ਲਈ ਸਹਾਇਤਾ ਕੀਤੀ। God done great beautifully this shed also. ਪਰਮੇਸ਼ਰ ਨੇ ਇਸ ਸ਼ੈਡ ਨੂੰ ਵੀ ਬਹੁਤ ਸੁੰਦਰ ਬਣਾਉਣ ਦੇ ਲਈ ਸਹਾਇਤਾ ਕੀਤੀ। And God built the langar shed also. ਪਰਮੇਸ਼ਰ ਨੇ ਲੰਗਰ ਵਾਲੀ ਸ਼ੈਡ ਬਣਾਉਣ ਦੇ ਲਈ ਵੀ ਸਹਾਇਤਾ ਕੀਤੀ। Step by step, God done so many great things in our convention time. ਕਦਮ ਕਦਮ ਕਰਕੇ ਪਰਮੇਸ਼ਰ ਨੇ ਸਾਡੇ ਸੰਮੇਲਨ ਦੇ ਲਈ ਅਤੇ ਸੰਮੇਲਨ ਦੇ ਸਮੇਂ ਅਦਭੁਤ ਤੇ ਮਹਾਨ ਕੰਮ ਕੀਤੇ। That's why we have to give thanks every time. ਇਸ ਕਰਕੇ ਸਾਨੂੰ ਹਰ ਸਮੇਂ ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ। Praise the Lord. ਪਰਮੇਸ਼ਰ ਦੇ ਨਾਮ ਦੀ ਤਾਰੀਫ ਹੋਏ। What King David says, ਰਾਜਾ ਦਾਊਦ ਕੀ ਕਹਿੰਦਾ ਹੈ? "O my soul, ਹੇ ਮੇਰੀ ਜਾਨ, forget not all his benefits." ਉਸ ਦੇ ਸਾਰੇ ਉਪਕਾਰਾਂ ਨੂੰ ਨਾ ਵਿਸਾਰ। Read that word once again. ਇੱਕ ਵਾਰ ਫਿਰ ਉਹ ਵਚਨ ਪੜਾਂਗੇ। ਹੇ ਮੇਰੀ ਜਾਨ, ਯਹੋਵਾ ਨੂੰ ਮੁਬਾਰਕ ਆਖ ਅਤੇ ਉਹਦੇ ਸਾਰੇ ਉਪਕਾਰ ਨਾ ਵਿਸਾਰ। Bless the Lord, O my soul, and forget not all his benefits. 104, first verse also you read. 104 ਦਾ ਪਹਿਲਾ ਵਚਨ ਵੀ ਪੜਾਂਗੇ। ਹੇ ਮੇਰੀ ਜਾਨ, ਯਹੋਵਾ ਨੂੰ ਮੁਬਾਰਕ ਆਖ। ਹੇ ਯਹੋਵਾ ਮੇਰੇ ਪਰਮੇਸ਼ਰ, ਤੂੰ ਅਤ ਮਹਾਨ ਹੈ। ਤੈਂ ਤੇਜ ਅਤੇ ਉਪਮਾ ਦੀ ਪੁਸ਼ਾਕ ਪਹਿਨੀ ਹੋਈ ਹੈ। Bless the Lord, O my soul, O Lord my God, thou art very great, thou art clothed with honor and majesty. That's why we have to understand David telling to his soul he telling that don't forget his benefits. ਇਸੇ ਕਰਕੇ ਅਸੀਂ ਸਮਝਣਾ ਦਾਊਦ ਆਪਣੀ ਜਾਨ ਨੂੰ ਕਹਿ ਰਿਹਾ ਹੈ ਕਿ ਹੇ ਮੇਰੀ ਜਾਨ, ਯਹੋਵਾ ਦੇ ਉਪਕਾਰ ਨਾ ਵਿਸਾਰ। Every time our soul must give the thanks unto God. ਹਮੇਸ਼ਾ ਸਾਡੀ ਜਾਨ ਪਰਮੇਸ਼ਰ ਦਾ ਧੰਨਵਾਦ ਕਰਨੀ ਚਾਹੀਦੀ ਹੈ। We have to learn that. ਅਸੀਂ ਇਹ ਸਿੱਖਣਾ ਹੈ। Romans 1 chapter 21 verse says, ਰੋਮੀਆਂ ਦੀ ਪੱਤਰੀ ਪਹਿਲਾ ਅਧਿਆਇ 21 ਵਚਨ ਕਹਿੰਦਾ ਹੈ, if we won't give thanks unto God, our heart become darkened. ਜੇ ਅਸੀਂ ਪਰਮੇਸ਼ਰ ਦਾ ਧੰਨਵਾਦ ਨਹੀਂ ਕਰਾਂਗੇ ਤਾਂ ਸਾਡੇ ਮਨ ਬੁੱਧਹੀਨ ਹਨੇਰੇ ਹੋ ਜਾਣਗੇ। ਭਾਵੇਂ ਉਹਨਾਂ ਨੇ ਪਰਮੇਸ਼ਰ ਨੂੰ ਜਾਣ ਲਿਆ, ਪਰ ਤਾਂ ਵੀ ਪਰਮੇਸ਼ਰ ਦੇ ਯੋਗ ਵਡਿਆਈ ਨਾ ਕੀਤੀ, ਨਾ ਉਹਦਾ ਧੰਨਵਾਦ ਕੀਤਾ, ਸਗੋਂ ਆਪਣੀਆਂ ਸੋਚਾਂ ਵਿੱਚ ਨਿਕੰਮੇ ਬਣ ਗਏ
ਅਤੇ ਉਹਨਾਂ ਦੇ ਬੁੱਧਹੀਨ ਮਨ ਹਨੇਰੇ ਹੋ ਗਏ। Because that when they knew God, they glorified him not as God, neither were thankful, but became vain in their imaginations, and their foolish heart was darkened. They know that God is good and He done so many good things and benefits. ਉਹ ਜਾਣ ਗਏ ਸਨ ਕਿ ਪਰਮੇਸ਼ਰ ਭਲਾ ਹੈ, ਪਰਮੇਸ਼ਰ ਨੇ ਸਾਡੇ ਲਈ ਬਹੁਤ ਸਾਰੀਆਂ ਭਲਾਈਆਂ ਤੇ ਉਪਕਾਰ ਕੀਤੇ ਹਨ। They know God who is a creator God and mighty, almighty God. ਉਹ ਜਾਣ ਗਏ ਸਨ ਕਿ ਪਰਮੇਸ਼ਰ ਕੌਣ ਹੈ, ਉਹ ਸਰਵ ਸ਼ਕਤੀਮਾਨ ਤੇ ਪਰਾਕਰਮੀ ਪਰਮੇਸ਼ਰ ਹੈ। But even though they won't give thanks unto God, ਪਰ ਫਿਰ ਵੀ ਉਹਨਾਂ ਨੇ ਪਰਮੇਸ਼ਰ ਦੇ ਯੋਗ ਵਡਿਆਈ ਜਾਂ ਉਹਦਾ ਧੰਨਵਾਦ ਨਾ ਕੀਤਾ। like nowadays the Pentecostal people turn like this. ਅਤੇ ਇਹਨਾਂ ਦਿਨਾਂ ਦੇ ਵਿੱਚ ਸੱਚਮੁੱਚ ਪੰਤੇਕੋਸਤ ਦੇ ਲੋਕ ਵੀ ਇਸੇ ਤਰ੍ਹਾਂ ਬਦਲ ਗਏ ਹਨ। God done so many great things, even though they won't give thanks and they won't go to praising also. ਪਰਮੇਸ਼ਰ ਨੇ ਉਹਨਾਂ ਦੇ ਲਈ ਇੰਨੇ ਮਹਾਨ ਕੰਮ ਕੀਤੇ ਹਨ, ਫਿਰ ਵੀ ਉਹ ਪਰਮੇਸ਼ਰ ਦਾ ਧੰਨਵਾਦ ਨਹੀਂ ਕਰਦੇ ਤੇ ਨਾ ਹੀ ਤਾਰੀਫ ਦੇ ਲਈ ਜਾਂਦੇ ਹਨ। If you see the beggars, ਜੇਕਰ ਤੁਸੀਂ ਮੰਗਤਿਆਂ ਨੂੰ, ਭਿਖਾਰੀਆਂ ਨੂੰ ਦੇਖੋ, if you give the 1 rupee, he won't see your face. ਜੇ ਤੁਸੀਂ 1 ਰੁਪਿਆ ਦਿਓਗੇ ਤਾਂ ਉਹ ਤੁਹਾਡੇ ਚਿਹਰੇ ਨੂੰ ਨਹੀਂ ਦੇਖਣਗੇ। But if you give the 10 rupees, 50 rupees, 10 times he will salam, going on telling the thanks. ਪਰ ਜੇ ਤੁਸੀਂ 10 ਰੁਪਏ ਜਾਂ 50 ਰੁਪਏ ਦਿਓਗੇ ਤਾਂ ਉਹ 10 ਵਾਰ ਤੁਹਾਨੂੰ ਸਲਾਮ ਕਰਨਗੇ, ਧੰਨਵਾਦ ਕਰਨਗੇ। Make you to understand, ਤੁਹਾਨੂੰ give 1 food to dog, dog will not leave your gate. ਤੇ ਜੇ ਤੁਹਾਨੂੰ ਸਮਝਾਉਣ ਦੇ ਲਈ ਕਹਿ ਰਹੇ ਹਾਂ, ਜੇਕਰ ਤੁਸੀਂ ਕੁੱਤੇ ਨੂੰ ਵੀ ਭੋਜਨ ਦਿੰਦੇ ਹੋ ਤਾਂ ਉਹ ਵੀ ਤੁਹਾਡਾ ਧੰਨਵਾਦ ਕਰਨਾ ਨਹੀਂ ਭੁੱਲਦਾ। Going on shaking the tail and expecting something you will give. ਤੇ ਲਗਾਤਾਰ ਪੂਛ ਹਿਲਾਉਂਦਾ ਰਹੇਗਾ ਤੇ ਉਮੀਦ ਕਰੇਗਾ ਕਿ ਤੁਸੀਂ ਕੁਝ ਦਿਓਗੇ। Dear children of God, Pentecostal people must learn the grateful heart and thankful heart every day, every time. ਪਰਮੇਸ਼ਰ ਦੇ ਪਿਆਰੇ ਬੱਚੇ, ਪੰਤੇਕੋਸਤ ਦੇ ਲੋਕ ਜਿਹੜੇ ਹਨ, ਸ਼ੁਕਰਗੁਜ਼ਾਰੀ ਵਾਲਾ ਦਿਲ ਸਿੱਖਣੇ ਚਾਹੀਦੇ ਹਨ ਅਤੇ ਹਮੇਸ਼ਾ ਪਰਮੇਸ਼ਰ ਦਾ ਧੰਨਵਾਦ ਤੇ ਉਸ ਦੀ ਸ਼ੁਕਰਗੁਜ਼ਾਰੀ ਕਰਨੇ ਚਾਹੀਦੇ ਹਨ। If you want to know what is a God done the great things, ਜੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਪਰਮੇਸ਼ਰ ਨੇ ਕਿਹੜੇ ਮਹਾਨ ਕੰਮ ਕੀਤੇ, once in a week you go to a hospital. ਇੱਕ ਵਾਰ ਹਫਤੇ ਦੇ ਵਿੱਚ ਇੱਕ ਵਾਰ ਹਸਪਤਾਲ ਜਾ ਕੇ ਦੇਖੋ। When you go to hospital, ਜਦ ਤੁਸੀਂ ਹਸਪਤਾਲ ਜਾਓਗੇ, so many people on the ventilation. When the life will leave from them, they don't know. ਤੇ ਬਹੁਤ ਸਾਰੇ ਲੋਕ ਵੈਂਟੀਲੇਟਰ ਤੇ ਇਸ ਤਰ੍ਹਾਂ ਸਾਹ ਖਿੱਚ ਕੇ ਲੈਂਦੇ ਹਨ, ਉਹ ਕਦੋਂ ਉਹਨਾਂ ਦਾ ਜੀਵਨ ਨਿਕਲ ਜਾਏਗਾ ਉਹ ਨਹੀਂ ਜਾਣਦੇ। Good believer must go to the hospital, government hospital, and see the situation. ਅੱਛੇ ਵਿਸ਼ਵਾਸੀਆਂ ਨੂੰ ਹਫਤੇ ਵਿੱਚ ਇੱਕ ਵਾਰ ਹਸਪਤਾਲ ਜਾ ਕੇ ਉਹਨਾਂ ਦੀ ਹਾਲਤ ਨੂੰ ਦੇਖਣਾ ਚਾਹੀਦਾ ਹੈ, At least once in a month. ਘੱਟ ਤੋਂ ਘੱਟ ਮਹੀਨੇ ਵਿੱਚ ਇੱਕ ਵਾਰ। Some people burned body, burn. ਕਈ ਲੋਕਾਂ ਦਾ ਸਰੀਰ ਜਲਿਆ ਹੋਏਗਾ, Some people they cut the leg and hand. ਕਈਆਂ ਦੇ ਹੱਥ ਕੱਟੇ, ਕਈਆਂ ਦੇ ਪੈਰ ਲੱਤਾਂ ਕੱਟੀਆਂ ਹੋਈਆਂ ਹੋਣਗੀਆਂ। They are hanging their hands. ਇਸ ਤਰ੍ਹਾਂ ਉਹਨਾਂ ਦੇ ਹੱਥ ਉੱਪਰ ਵੱਲ ਟੰਗੇ ਹੋਏ ਹੋਣਗੇ। And so many terrible situations we can't see them. ਅਤੇ ਕਿੰਨੀਆਂ ਭਿਆਨਕ ਬਿਮਾਰੀਆਂ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਵੇਖ ਵੀ ਨਹੀਂ ਸਕਦੇ। God gave the good health and strength, and God brought in the presence of God. God gave the good body. How much you have to grateful to your God. ਪਰਮੇਸ਼ਰ ਨੇ ਤੁਹਾਨੂੰ ਅੱਛੀ ਤਾਕਤ, ਤੰਦਰੁਸਤੀ ਦਿੱਤੀ, ਆਪਣੀ ਹਜ਼ੂਰੀ ਦੇ ਵਿੱਚ ਲੈ ਕੇ ਆਇਆ। ਪਰਮੇਸ਼ਰ ਨੇ ਅੱਛਾ ਸਰੀਰ ਦਿੱਤਾ ਹੈ, ਉਸ ਦੇ ਲਈ ਤੁਹਾਨੂੰ ਪਰਮੇਸ਼ਰ ਦੇ ਕਿੰਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। If you want that grateful heart, go to hospital and see and come. ਜੇਕਰ ਤੁਸੀਂ ਸ਼ੁਕਰਗੁਜ਼ਾਰੀ ਦਾ ਦਿਲ ਚਾਹੁੰਦੇ ਹੋ ਤਾਂ ਹਸਪਤਾਲ ਜਾ ਕੇ ਦੇਖ ਕੇ ਆਓ। Secondly, you go to railway station and bus stand. ਅਤੇ ਦੂਜਾ ਤੁਸੀਂ ਰੇਲਵੇ ਸਟੇਸ਼ਨ ਜਾਂ ਬੱਸ ਸਟੈਂਡ ਜਾ ਕੇ ਦੇਖੋ। When you go to railway station, all the orphan without father, mother, and without house, they are begging and sleeping on the platform. ਅਤੇ ਜਦ ਤੁਸੀਂ ਰੇਲਵੇ ਸਟੇਸ਼ਨ ਤੇ ਜਾਓਗੇ ਤਾਂ ਉੱਥੇ ਕਿੰਨੇ ਅਨਾਥ ਬੱਚੇ ਹੁੰਦੇ ਹਨ ਜਿਨ੍ਹਾਂ ਦਾ ਕੋਈ ਮਾਤਾ ਪਿਤਾ ਨਹੀਂ ਹੁੰਦਾ, ਨਾ ਕੋਈ ਘਰ ਹੁੰਦਾ ਹੈ, ਅਤੇ ਭੀਖ ਮੰਗਦੇ ਹਨ ਅਤੇ ਉਸ ਪਲੇਟਫਾਰਮ ਦੀ ਸਫਾਈ ਕਰਦੇ ਹਨ। Old people, they will just sleep on the floor of the platform, and they are begging and eating and sleeping.
how many people you can see in the railway station. ਤੁਸੀਂ ਅਜਿਹੇ ਕਿੰਨੇ ਲੋਕਾਂ ਨੂੰ ਰੇਲਵੇ ਸਟੇਸ਼ਨ ਤੇ ਦੇਖ ਸਕਦੇ ਹੋ, ਕਿੰਨੇ ਬਜ਼ੁਰਗ ਲੋਕ ਹੁੰਦੇ ਹਨ, ਉਹ ਉੱਥੇ ਜ਼ਮੀਨ ਦੇ ਉੱਤੇ ਹੀ ਲੇਟਦੇ ਹਨ, ਪਲੇਟਫਾਰਮ ਤੇ ਲੇਟਦੇ ਹਨ, ਉੱਥੇ ਹੀ ਭੀਖ ਮੰਗਦੇ ਹਨ, ਖਾਂਦੇ ਹਨ ਤੇ ਸੌ ਜਾਂਦੇ ਹਨ। Go to bus stand and see there, without shelter they will sleep there. ਅਤੇ ਬੱਸ ਸਟੈਂਡ ਜਾ ਕੇ ਦੇਖੋ, ਬਿਨਾਂ ਕਿਸੇ ਸਿਰ ਦੇ ਉੱਤੇ ਛੱਤ ਤੋਂ ਕਿਸ ਤਰ੍ਹਾਂ ਉਹ ਰਹਿੰਦੇ ਹਨ। Oh, like that in bus stands, railways, so many beggars, so many homeless, so many foodless people are just roaming there and sleeping there. You think that how they are also man like you and me. ਤੇ ਤੁਸੀਂ ਰੇਲਵੇ ਸਟੇਸ਼ਨ ਜਾਂ ਬੱਸ ਸਟੈਂਡ ਤੇ ਜਾ ਕੇ ਦੇਖੋ, ਕਿੰਨੇ ਜਿਨ੍ਹਾਂ ਦਾ ਕੋਈ ਬੇਘਰ ਲੋਕ ਹੁੰਦੇ ਹਨ, ਬਿਨਾਂ ਭੋਜਨ ਤੋਂ ਹੁੰਦੇ ਹਨ, ਬਿਨਾਂ ਕਿਸੇ ਪਨਾਹ ਤੋਂ ਹੁੰਦੇ ਹਨ, ਅਤੇ ਕਿਸ ਤਰ੍ਹਾਂ ਉੱਥੇ ਜ਼ਮੀਨ ਦੇ ਉੱਤੇ ਰਹਿੰਦੇ ਹਨ। ਉਹ ਵੀ ਤੁਹਾਡੇ ਤੇ ਮੇਰੇ ਵਾਂਗੂ ਹੀ ਇਸ ਧਰਤੀ ਦੇ ਉੱਤੇ ਪੈਦਾ ਹੋਏ ਹਨ। Dear children of God, then only you can think that I am also man. They are beggars. How can they are suffering? But God bless me. At least give the one house. At least give the one time food. God done so many benefits. How much grateful heart you will be receive. ਅਤੇ ਜਦ ਤੁਸੀਂ ਉਹਨਾਂ ਨੂੰ ਦੇਖੋਗੇ ਤਾਂ ਤੁਸੀਂ ਇਹ ਕਹੋਗੇ ਕਿ ਉਹ ਵੀ ਮੇਰੇ ਵਰਗੇ ਇਨਸਾਨ ਹਨ, ਪਰ ਪਰਮੇਸ਼ਰ ਨੇ ਮੈਨੂੰ ਕਿਸ ਤਰ੍ਹਾਂ ਰਹਿਣ ਲਈ ਜਗ੍ਹਾ ਦਿੱਤੀ ਹੈ, ਅਤੇ ਕਿਸ ਤਰ੍ਹਾਂ ਖਾਣ ਲਈ ਭੋਜਨ ਦਿੱਤਾ ਹੈ, ਮੈਨੂੰ ਸਾਰੀਆਂ ਸੁੱਖ ਸੁਵਿਧਾਵਾਂ ਦਿੱਤੀਆਂ ਹਨ, ਅਤੇ ਉਹ ਕਿਸ ਤਰ੍ਹਾਂ ਭੀਖ ਮੰਗ ਕੇ ਖਾ ਰਹੇ ਹਨ। God giving so many things. At least you are eating one time, two times, three times. Some people will eat 4 times. ਅਤੇ ਪਰਮੇਸ਼ਰ ਨੇ ਤੁਹਾਨੂੰ ਇੰਨੀਆਂ ਸੁੱਖ ਸੁਵਿਧਾਵਾਂ ਦਿੱਤੀਆਂ ਹਨ, ਕਈ ਵਾਰੀ ਤੁਸੀਂ ਘੱਟ ਤੋਂ ਘੱਟ 1 ਟਾਈਮ, 2 ਟਾਈਮ, 3 ਟਾਈਮ, ਕਈ ਇੱਥੋਂ ਤੱਕ ਕਿ 4 ਵਾਰੀ ਵੀ ਖਾਂਦੇ ਹਨ। How much you must grateful to your God. ਤੁਹਾਨੂੰ ਆਪਣੇ ਪਰਮੇਸ਼ਰ ਦੇ ਕਿੰਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। Thirdly, ਤੀਜਾ, who are not having the facilities, who are husband died, wife died, and parents died, and all are just like a orphan. They are in the orphan hostels, otherwise somewhere they are spending their life. ਕਿੰਨੇ ਅਜਿਹੇ ਲੋਕ ਹਨ ਜਿਨ੍ਹਾਂ ਦੇ ਕੋਲ ਕੋਈ ਸਹੂਲਤਾਂ ਨਹੀਂ ਹੁੰਦੀਆਂ, ਕਿਸੇ ਦਾ ਪਤੀ ਨਹੀਂ ਹੁੰਦਾ, ਕਿਸੇ ਦੀ ਪਤਨੀ ਨਹੀਂ ਹੁੰਦੀ, ਕਈਆਂ ਦੇ ਮਾਤਾ ਪਿਤਾ ਨਹੀਂ ਹੁੰਦੇ, ਅਤੇ ਕਿਸ ਤਰ੍ਹਾਂ ਉਹ ਅਨਾਥ ਆਸ਼ਰਮਾਂ ਦੇ ਵਿੱਚ ਜਾਂ ਅਨਾਥ ਆਸ਼ਰਮ ਸਕੂਲ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਦੇ ਹਨ। Fatherless, motherless. ਮਾਤਾ ਪਿਤਾ ਨਹੀਂ ਹੁੰਦਾ। But God gave everything to us. How much grateful heart we need in our life. ਪਰਮੇਸ਼ਰ ਨੇ ਸਾਨੂੰ ਸਾਰਾ ਕੁਝ ਦਿੱਤਾ ਤੇ ਸਾਨੂੰ ਸਾਡੇ ਜੀਵਨ ਦੇ ਵਿੱਚ ਕਿੰਨਾ ਸ਼ੁਕਰਗੁਜ਼ਾਰੀ ਵਾਲਾ ਦਿਲ ਚਾਹੀਦਾ ਹੈ। That's why David telling that my soul forget not all his benefits. ਇਸੇ ਕਰਕੇ ਰਾਜਾ ਦਾਊਦ ਕਹਿੰਦਾ ਹੈ ਕਿ ਹੇ ਮੇਰੀ ਜਾਨ ਉਸਦੇ ਸਾਰੇ ਉਪਕਾਰ ਨਾ ਵਿਸਾਰ। Instead of giving thanks unto God, children of God became a proudest people. ਪਰਮੇਸ਼ਰ ਦਾ ਧੰਨਵਾਦ ਕਰਨ ਦੀ ਬਜਾਏ ਪਰਮੇਸ਼ਰ ਦੇ ਲੋਕ ਸਭ ਤੋਂ ਕਮੰਡੀ ਬਣ ਗਏ ਹਨ। Pastor T.U. Thomas used to tell, the proudest people under the sun, the Pentecost mission. ਸੂਰਜ ਦੇ ਹੇਠਾਂ ਸਭ ਤੋਂ ਕਮੰਡੀ ਲੋਕ ਜੋ ਹਨ ਉਹ ਦਾ ਪੈਂਟੀਕੋਸਟਲ ਮਿਸ਼ਨ ਦੇ ਲੋਕ ਹਨ। Why? ਕਿਉਂ? They forget the benefits of the Lord and thinking that they are something great. ਉਹ ਪਰਮੇਸ਼ਰ ਦੇ ਉਪਕਾਰਾਂ ਨੂੰ ਭੁੱਲ ਗਏ ਹਨ ਤੇ ਸੋਚਦੇ ਹਨ ਕਿ ਉਹ ਕੁਝ ਬੜੇ ਮਹਾਨ ਹਨ। I know in Punjab 20 years back, ਮੈਂ 20 ਸਾਲ ਪਹਿਲਾਂ ਪੰਜਾਬ ਦੇ ਵਿੱਚ ਜਾਂਦਾ ਹਾਂ। so many people they are going by cycle only. ਕਿੰਨੇ ਲੋਕ ਸੀ ਜਿਹੜੇ ਸਾਈਕਲ ਤੇ ਹੀ ਜਾਂਦੇ ਸੀ। गुड़का गाड़ी, गुड़का कौन सा गाड़ी? ਕੜੂਕਾ। गुड़का गाड़ी मैं देखा था, सब लोग उसमें बैठ जाके था. ਤੇ ਕਿੰਨੇ ਲੋਕ ਉਹ ਕੜੂਕੇ ਦੇ ਵਿੱਚ ਹੀ ਜਾ ਕੇ ਬੈਠ ਕੇ ਜਾਂਦੇ ਸੀ। But God blessed giving the scooter, car and so many vehicles. ਪਰ ਪਰਮੇਸ਼ਰ ਨੇ ਉਹਨਾਂ ਨੂੰ ਬਰਕਤ ਦਿੱਤੀ ਹੈ, ਸਕੂਟਰ, ਕਾਰ, ਕਿੰਨੇ ਸਾਰੇ ਵਾਹਨ ਦਿੱਤੇ ਹਨ। Anytime you give thanks unto God. ਕਿ ਕਦੇ ਤੁਸੀਂ ਉਹਨਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕੀਤਾ ਹੈ। One more I tell before you. ਤੇ ਇੱਕ ਹੋਰ ਗੱਲ ਮੈਂ ਤੁਹਾਡੇ ਸਾਹਮਣੇ ਕਹਿੰਦਾ ਹਾਂ। Once in a month you have to go to jail. ਮਹੀਨੇ ਦੇ ਵਿੱਚ ਇੱਕ ਵਾਰੀ ਘੱਟ ਤੋਂ ਘੱਟ ਜੇਲ੍ਹ ਜਾ ਕੇ ਦੇਖੋ। I went to 3-4 times jail. ਮੈਂ 3-4 ਵਾਰ ਜੇਲ੍ਹ ਗਿਆ। Not with punishment, preaching the gospel. ਸਜ਼ਾ ਦੇ ਤੌਰ ਤੇ ਨਹੀਂ, ਖੁਸ਼ਖਬਰੀ ਦਾ ਪ੍ਰਚਾਰ ਕਰਨ ਦੇ ਲਈ। How they are grieving in their hearts. ਉਹ ਆਪਣੇ ਦਿਲਾਂ ਦੇ ਵਿੱਚ ਕਿੰਨੇ ਦੁਖੀ ਹੁੰਦੇ ਹਨ। They are in the dark room. ਉਹ ਹਨੇਰੇ ਕਮਰੇ ਵਿੱਚ ਹੁੰਦੇ ਹਨ। They are under the 4 walls. ਅਤੇ ਉਹ 4 ਦੀਵਾਰੀ ਦੇ ਅੰਦਰ ਹੁੰਦੇ ਹਨ। They have hopeless. ਉਹ ਬਿਲਕੁਲ ਕੋਈ ਆਸਹੀਣ ਹੁੰਦੇ ਹਨ, ਆਸ ਨਹੀਂ ਹੁੰਦੀ। We have to. I went to jail and preached the gospel.
and gave some food also in Kerala, in Vijayawada. ਮੈਂ ਜੇਲ੍ਹ ਦੇ ਵਿੱਚ ਜਾ ਕੇ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਤੇ ਉਹਨਾਂ ਨੂੰ ਕੁਝ ਭੋਜਨ ਵੀ ਦਿੱਤਾ ਕੇਰਲਾ ਤੇ ਵਿਜੇਵਾੜਾ ਦੇ ਵਿੱਚ। What I want to say, ਮੈਂ ਕੀ ਕਹਿਣਾ ਚਾਹੁੰਦਾ ਹਾਂ, day and night they will cry in the jail. ਉਹ ਦਿਨ ਰਾਤ ਜੇਲ੍ਹ ਦੇ ਵਿੱਚ ਦੁਹਾਈ ਦਿੰਦੇ ਹਨ। But God gave the peace and joy in your heart, and God gave so many benefits. You are not under the bar, inside of the bar, but God gave the freedom. How much you give the thanks unto God. ਪਰਮੇਸ਼ਰ ਨੇ ਤੁਹਾਡੇ ਦਿਲ ਦੇ ਵਿੱਚ ਸ਼ਾਂਤੀ ਤੇ ਆਨੰਦ ਦਿੱਤਾ ਹੈ ਤੇ ਪਰਮੇਸ਼ਰ ਨੇ ਤੁਹਾਡੇ ਨਾਲ ਕਿੰਨੇ ਉਪਕਾਰ ਕੀਤੇ ਹਨ। ਘੱਟ ਤੋਂ ਘੱਟ ਤੁਸੀਂ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨਹੀਂ ਹੋ ਤੇ ਤੁਹਾਨੂੰ ਪਰਮੇਸ਼ਰ ਦੇ ਕਿੰਨੇ ਵੱਧ ਤੋਂ ਵੱਧ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। Dear child of God, if I want to tell, so many things are there. ਪਰਮੇਸ਼ਰ ਦੇ ਪਿਆਰੇ ਬੱਚੇ, ਜੇਕਰ ਮੈਂ ਦੱਸਣ ਲਈ ਜਾਵਾਂਗਾ ਤਾਂ ਬਹੁਤ ਸਾਰੀਆਂ ਗੱਲਾਂ ਹਨ। Today you have to think that whatever God done good for you, benefits, you have to think and give thanks every day. ਅੱਜ ਪਰਮੇਸ਼ਰ ਨੇ ਜੋ ਕੁਝ ਉਪਕਾਰ ਤੁਹਾਡੇ ਲਈ ਕੀਤੇ ਤੁਸੀਂ ਉਸ ਦੇ ਬਾਰੇ ਸੋਚਣਾ ਹੈ ਤੇ ਹਰ ਰੋਜ਼ ਉਸ ਦੇ ਲਈ ਧੰਨਵਾਦ ਕਰਨਾ ਹੈ। David having that heart to give thanks unto God, because God done so many great things to David's life and his kingdom. ਕਿਉਂਕਿ ਪਰਮੇਸ਼ਰ ਨੇ ਦਾਊਦ ਦੇ ਜੀਵਨ ਤੇ ਉਸ ਦੇ ਰਾਜ ਦੇ ਲਈ ਬਹੁਤ ਸਾਰੇ ਮਹਾਨ ਕੰਮ ਕੀਤੇ ਸਨ। ਇਸ ਕਰਕੇ ਦਾਊਦ ਦੇ ਅੰਦਰ ਪਰਮੇਸ਼ਰ ਦੀ ਸ਼ੁਕਰਗੁਜ਼ਾਰੀ ਕਰਨ ਵਾਲਾ ਦਿਲ ਸੀ। In his life and kingdom. ਉਸ ਦੇ ਜੀਵਨ ਅਤੇ ਰਾਜ ਦੇ ਵਿੱਚ। That's why it says, my soul, give thanks unto God. ਇਸੇ ਕਰਕੇ ਉਹ ਕਿੰਨੀ ਵਾਰੀ ਆਪਣੀ ਜਾਨ ਨੂੰ ਕਹਿੰਦਾ ਹੋਏਗਾ, ਹੇ ਮੇਰੀ ਜਾਨ, ਉਸ ਦਾ ਧੰਨਵਾਦ ਕਰ, ਉਸ ਦੇ ਸ਼ੁਕਰਗੁਜ਼ਾਰ ਹੋ। That's why we have to learn to give thanks unto God every time. That's why God told you, tell this verse. ਇਸ ਲਈ ਸਾਨੂੰ ਹਰ ਸਮੇਂ ਪਰਮੇਸ਼ਰ ਦਾ ਧੰਨਵਾਦ ਕਰਨਾ ਸਿੱਖਣਾ ਚਾਹੀਦਾ ਹੈ। ਇਸ ਲਈ ਪਰਮੇਸ਼ਰ ਨੇ ਇਹ ਵਚਨ ਬੋਲਣ ਦੇ ਲਈ ਕਿਹਾ। Now, what is the first step? In spiritual manner we will think now. ਹੁਣ ਅਸੀਂ ਰੂਹਾਨੀ ਤੌਰ ਤੇ ਸੋਚਾਂਗੇ ਤੇ ਪਹਿਲਾ ਕਦਮ ਕੀ ਹੈ। So many new souls also came. ਬਹੁਤ ਸਾਰੀਆਂ ਨਵੀਆਂ ਰੂਹਾਂ ਵੀ ਆਈਆਂ ਹਨ। Some family members of the believers came. ਅਤੇ ਵਿਸ਼ਵਾਸੀਆਂ ਦੇ ਕਈ ਪਰਿਜਨ ਆਏ ਹਨ। That's why you have to learn what are the benefits God done for us. ਇਸ ਕਰਕੇ ਅਸੀਂ ਸਿੱਖਣਾ ਕਿ ਪਰਮੇਸ਼ਰ ਨੇ ਸਾਡੇ ਲਈ ਕਿਹੜੇ-ਕਿਹੜੇ ਉਪਕਾਰ ਕੀਤੇ ਹਨ। Read from second verse, 103 Psalm. 103 ਜ਼ਬੂਰ ਦੂਜੇ ਵਚਨ ਤੋਂ ਪੜਾਂਗੇ। ਹੇ ਮੇਰੀ ਜਾਨ ਯਹੋਵਾ ਨੂੰ ਮੁਬਾਰਕ ਆਖ ਅਤੇ ਉਹਦੇ ਸਾਰੇ ਉਪਕਾਰ ਨਾ ਵਿਸਾਰ। ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ। Enough. Bless the Lord, O my soul, and forget not all his benefits, who forgiveth all thine iniquities, who healeth all thy diseases. First of all, we are saying that He forgiven all your iniquity. ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ। We Pentecostal people, God forgiven our iniquity and sins, but we have no grateful heart. ਸਾਡੇ ਪੰਤੇਕੋਸਤ ਦੇ ਲੋਕਾਂ ਦੀਆਂ ਪਰਮੇਸ਼ਰ ਨੇ ਬੁਰਾਈਆਂ, ਪਾਪਾਂ, ਅਪਰਾਧਾਂ ਨੂੰ ਖਿਮਾ ਕੀਤਾ ਹੈ, ਪਰ ਸਾਡੇ ਅੰਦਰ ਕੋਈ ਸ਼ੁਕਰਗੁਜ਼ਾਰੀ ਵਾਲਾ ਦਿਲ ਨਹੀਂ ਹੈ। People, when they murder others and robber from the bank and sometimes kill others, and so they will go to the jail and suffer. ਲੋਕ ਦੂਜਿਆਂ ਦਾ ਕਤਲ ਕਰਨ ਦੇ ਲਈ ਜਾਂਦੇ ਹਨ, ਬੈਂਕ ਦੇ ਵਿੱਚ ਲੁੱਟਣ ਦੇ ਲਈ, ਡਕੈਤੀ ਮਾਰਨ ਦੇ ਲਈ ਜਾਂਦੇ ਹਨ, ਦੂਜਿਆਂ ਨੂੰ ਮਾਰਨ ਦੇ ਲਈ ਜਾਂਦੇ ਹਨ ਤੇ ਫਿਰ ਜੇਲ੍ਹ ਵਿੱਚ ਜਾਂਦੇ ਹਨ। Unfortunately, one man will go and give the support, otherwise give the witness for them and deliver from the jail. How much they will grateful. ਬਦਕਿਸਮਤੀ ਦੇ ਨਾਲ ਜੇਕਰ ਕੋਈ ਵਿਅਕਤੀ ਉਹਨਾਂ ਦੇ ਲਈ ਗਵਾਹੀ ਦੇਣ ਲਈ ਜਾਂਦਾ ਹੈ, ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਛੁਡਾਉਣ ਦੇ ਲਈ ਜਾਂਦਾ ਹੈ, ਤਾਂ ਉਸ ਵਿਅਕਤੀ ਦੇ ਲਈ ਕਿੰਨੇ ਸ਼ੁਕਰਗੁਜ਼ਾਰ ਹੁੰਦੇ ਹਨ। Dear child of God, by the sins and iniquity, we are in the jail, we are under the bondage of the devil. ਪਰਮੇਸ਼ਰ ਦੇ ਪਿਆਰੇ ਬੱਚਿਓ, ਅਸੀਂ ਆਪਣੇ ਪਾਪਾਂ ਤੇ ਅਪਰਾਧਾਂ ਦੀ ਵਜ੍ਹਾ ਕਰਕੇ ਅਸੀਂ ਬੰਦਵਾਈ ਦੇ ਹੇਠ ਸੀ ਅਤੇ ਅਸੀਂ ਜੇਲ੍ਹ ਦੇ ਅੰਦਰ ਸੀ। Who are doing the sin, they are under the bondage only. ਜਿਹੜੇ ਪਾਪ ਕਰਦੇ ਹਨ ਉਹ ਬੰਦਵਾਈ ਦੇ ਵਿੱਚ ਹੀ ਰਹਿੰਦੇ ਹਨ। Who are having the iniquity, they are under the bars, otherwise in jail like a bondage. ਜਿਹੜੇ ਕੁਧਰਮ ਕਰਦੇ ਹਨ ਉਹ ਸਲਾਖਾਂ ਦੇ ਪਿੱਛੇ, ਨਹੀਂ ਤਾਂ ਜੇਲ੍ਹ ਵਰਗੀ ਬੰਦਵਾਈ ਦੇ ਵਿੱਚ ਰਹਿੰਦੇ But our ਹਨ। Lord Jesus has came from heaven and died on the cross and shed the precious blood and deliver you from that clutches of the devil.
ਪਰ ਪ੍ਰਭੂ ਯੀਸ਼ੂ ਮਸੀਹ ਸਵਰਗ ਤੋਂ ਆਏ ਅਤੇ ਉਹ ਤੁਹਾਡੇ ਲਈ ਮਰ ਗਏ ਅਤੇ ਉਸਨੇ ਆਪਣਾ ਲਹੂ ਵਹਾਇਆ ਅਤੇ ਤੁਹਾਨੂੰ ਸ਼ੈਤਾਨ ਦੇ ਸ਼ਿਕੰਜੇ ਤੋਂ ਛੁਡਾਇਆ। He forgiven all your sins. ਉਸਨੇ ਤੁਹਾਡੇ ਸਾਰੇ ਪਾਪਾਂ ਨੂੰ ਮਾਫ ਕੀਤਾ। He forgiven all your iniquities. ਉਸਨੇ ਤੁਹਾਡੇ ਸਾਰੇ ਕੁਕਰਮਾਂ ਨੂੰ ਮਾਫ ਕੀਤਾ। That's why King David telling that God forgiven all your iniquities. That's why you give thanks unto the Lord. ਇਸੇ ਕਰਕੇ ਰਾਜਾ ਦਾਊਦ ਕਹਿੰਦਾ ਹੈ ਕਿ ਉਹ ਤੁਹਾਡੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ, ਇਸ ਲਈ ਤੁਸੀਂ ਪਰਮੇਸ਼ਰ ਦਾ ਧੰਨਵਾਦ ਕਰੋ। No man can forgive other man. ਇਹ ਕੋਈ ਵੀ ਇੱਕ ਆਦਮੀ ਦੂਜੇ ਨੂੰ ਮਾਫ ਨਹੀਂ ਕਰ ਸਕਦਾ। Nowadays Pentecostal people won't forgive others. ਇਹਨਾਂ ਦਿਨਾਂ ਵਿੱਚ ਪੰਤੇਕੋਸਤ ਦੇ ਲੋਕ ਦੂਜਿਆਂ ਨੂੰ ਮਾਫ ਨਹੀਂ ਕਰਦੇ। But if you won't forgive others, God says that I will not forgive you. ਪਰ ਜੇ ਤੁਸੀਂ ਦੂਜਿਆਂ ਨੂੰ ਮਾਫ ਨਹੀਂ ਕਰੋਗੇ ਤਾਂ ਪਰਮੇਸ਼ਰ ਕਹਿੰਦਾ ਕਿ ਮੈਂ ਤੁਹਾਨੂੰ ਮਾਫ ਨਹੀਂ ਕਰਾਂਗਾ। Matthew 18 chapter last verse. ਮਾਤੀ ਦੀ ਇੰਜੀਲ 18 ਅਧਿਆਇ ਆਖਰੀ ਵਚਨ। Matthew 18 last verse. ਮਾਤੀ ਇਸੇ ਦੀ ਤਰ੍ਹਾਂ ਇੰਜੀਲ 18 ਅਧਿਆਇ ਆਖਰੀ ਵਚਨ। ਇਸੇ ਤਰ੍ਹਾਂ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਾਈਆਂ ਨੂੰ ਆਪਣੇ ਦਿਲ ਤੋਂ ਮਾਫ ਨਾ ਕਰੋ। So likewise shall my heavenly Father do also unto you, if ye from your hearts forgive not everyone his brother that trespasses. If you won't forgive your brethren with whole heart, my heavenly Father also doing the same thing. ਜੇ ਤੁਸੀਂ ਪੂਰੇ ਦਿਲ ਨਾਲ ਆਪਣੇ ਭਰਾਵਾਂ ਨੂੰ ਮਾਫ ਨਹੀਂ ਕਰਦੇ ਤਾਂ ਮੇਰਾ ਪਿਤਾ ਵੀ ਉਸੇ ਤਰ੍ਹਾਂ ਕਰੇਗਾ। But so many children of God won't forgiving others, other believers, workers like that. ਪਰ ਬਹੁਤ ਸਾਰੇ ਪਰਮੇਸ਼ਰ ਦੇ ਬੱਚੇ ਦੂਜੇ ਸੇਵਕਾਂ ਜਾਂ ਵਿਸ਼ਵਾਸੀਆਂ ਨੂੰ ਮਾਫ ਨਹੀਂ ਕਰਦੇ। If you won't forgive, Heavenly Father will not forgive your sins. ਜੇ ਤੁਸੀਂ ਮਾਫ ਨਹੀਂ ਕਰੋਗੇ ਤਾਂ ਸਵਰਗੀ ਪਿਤਾ ਤੁਹਾਡੇ ਪਾਪ ਮਾਫ ਨਹੀਂ ਕਰੇਗਾ। Dear child of God, some people will go and put the amount for deliverance. They will release from the jail, from the police station. ਪਰਮੇਸ਼ਰ ਦੇ ਪਿਆਰੇ ਬੱਚੋ, ਕੁਝ ਲੋਕ ਜਾਂਦੇ ਹਨ ਉਹ ਪੁਲਿਸ ਥਾਣੇ ਜਾਂ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਛੁਡਾਉਣ ਦੇ ਲਈ ਉਹਨਾਂ ਦੀ ਜ਼ਮਾਨਤ ਦਿੰਦੇ ਹਨ। But our beloved Lord Jesus Christ gave his own blood for the remission of sin, and God delivered from the sinful life. ਪਰ ਪਰਮੇਸ਼ਰ ਨੇ ਸਾਨੂੰ ਪਾਪ ਭਰੇ ਜੀਵਨ ਤੋਂ ਛੁਡਾਉਣ ਦੇ ਲਈ ਅਤੇ ਸਾਡੇ ਪਾਪਾਂ ਨੂੰ ਮਾਫ ਕਰਨ ਦੇ ਲਈ ਉਸਨੇ ਆਪਣਾ ਲਹੂ ਦਿੱਤਾ। How much you have to grateful to God and give thanks unto God. ਤੁਹਾਨੂੰ ਪਰਮੇਸ਼ਰ ਦੇ ਕਿੰਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਤੇ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਹੈ। Every day you have to give thanks unto God. Lord, thank you for forgiving my sins. ਹਰ ਰੋਜ਼ ਤੁਹਾਨੂੰ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਹੈ, ਪਰਮੇਸ਼ਰ ਤੂੰ ਮੇਰੇ ਪਾਪ ਮਾਫ ਕੀਤੇ। Some people going on crying and crying and what you done for me, Lord? What you done for me, Lord? ਪਰ ਕੁਝ ਲੋਕ ਲਗਾਤਾਰ ਰੋਂਦੇ ਰਹਿੰਦੇ ਹਨ ਕਿ ਪਰਮੇਸ਼ਰ ਤੂੰ ਮੇਰੇ ਲਈ ਕੀ ਕੀਤਾ, ਤੂੰ ਮੇਰੇ ਲਈ ਕੀ ਕੀਤਾ, मेरे लिए क्या किया? ਤੂੰ ਮੇਰੇ ਲਈ ਕੀ ਕੀਤਾ ਹੈ। Going on crying and murmuring and crying. ਲਗਾਤਾਰ ਰੋਂਦੇ ਤੇ ਬੁੜਬੁੜਾਉਂਦੇ ਰਹਿੰਦੇ ਹਨ। God forgive your sins. Anytime, every day you told the Lord, thank you for you have forgiven my sins. ਪਰਮੇਸ਼ਰ ਨੇ ਤੁਹਾਡੇ ਪਾਪਾਂ ਨੂੰ ਮਾਫ ਕੀਤਾ। ਹਰ ਰੋਜ਼ ਤੁਹਾਨੂੰ ਪਰਮੇਸ਼ਰ ਦੇ ਵੱਲ ਮੁੜ ਕੇ ਕਹਿਣਾ ਚਾਹੀਦਾ ਹੈ, ਪਰਮੇਸ਼ਰ ਤੂੰ ਮੇਰੇ ਪਾਪ ਮਾਫ ਕੀਤੇ, ਤੇਰਾ ਧੰਨਵਾਦ। If you have the grateful heart, lift up your hands and say, Lord, thank you for forgiving my sins. ਜੇਕਰ ਤੁਹਾਡੇ ਅੰਦਰ ਸ਼ੁਕਰਗੁਜ਼ਾਰੀ ਵਾਲਾ ਦਿਲ ਹੈ ਤਾਂ ਪਰ ਆਪਣੇ ਹੱਥ ਉਠਾ ਕੇ ਕਹੋ ਕਿ ਪਰਮੇਸ਼ਰ ਤੇਰਾ ਧੰਨਵਾਦ ਕਿ ਤੂੰ ਮੇਰੇ ਪਾਪਾਂ ਨੂੰ ਮਾਫ ਕੀਤਾ। With grateful heart you give thanks unto God. ਸ਼ੁਕਰਗੁਜ਼ਾਰੀ ਦਿਲ ਦੇ ਨਾਲ ਪਰਮੇਸ਼ਰ ਦਾ ਧੰਨਵਾਦ ਕਰਾਂਗੇ। Open your mouth and give thanks unto God. ਆਪਣਾ ਮੂੰਹ ਖੋਲ ਕੇ ਪਰਮੇਸ਼ਰ ਦਾ ਧੰਨਵਾਦ ਕਰਾਂਗੇ। Praise the Lord, praise the Lord, praise the Lord. Thank you, Father. Thank you, Father. Thank you, Father. Thank you, Father. Thank you for forgiving our sins. Thank you for forgiving our iniquity. Lord, thank you for forgiving all our rebellion life and sinful life, oh God. So every day you have to give thanks unto God. ਇਸ ਕਰਕੇ ਹਰ ਰੋਜ਼ ਤੁਸੀਂ ਪਰਮੇਸ਼ਰ ਦਾ ਧੰਨਵਾਦ ਕਰਨਾ ਹੈ। What is the second one? ਦੂਜਾ ਕੀ ਹੈ? God heal all our diseases. ਪਰਮੇਸ਼ਰ ਨੇ ਸਾਡੇ ਸਾਰੇ ਰੋਗਾਂ ਤੋਂ ਸਾਨੂੰ ਨਿਰੋਇਆ ਕੀਤਾ ਹੈ। Read that word. ਉਹ ਵਚਨ ਪੜਾਂਗੇ। ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ, ਉਹ ਸਾਰੇ ਰੋਗਾਂ ਤੋਂ ਤੈਨੂੰ ਨਿਰੋਇਆ ਕਰਦਾ ਹੈ। Who forgiveth all thine iniquities
who healeth all thy diseases. All thy diseases. ਉਹ ਤੇਰੇ ਸਾਰੇ ਰੋਗਾਂ ਨੂੰ ਤੋਂ ਨਿਰੋਇਆ ਕਰਦੇ ਹੈ। Why you have to give thanks unto God? ਤੁਸੀਂ ਕਿਉਂ ਪਰਮੇਸ਼ਰ ਦਾ ਧੰਨਵਾਦ ਕਰਨਾ ਹੈ? God healed all your diseases, sickness. ਪਰਮੇਸ਼ਰ ਤੁਹਾਡੇ ਸਾਰੇ ਰੋਗਾਂ ਤੋਂ ਤੁਹਾਨੂੰ ਨਿਰੋਇਆ ਕਰਦੇ ਹੈ। 47 long years, my Jesus healed all my diseases. 47 ਲੰਬੇ ਸਾਲਾਂ ਤੱਕ ਮੇਰੇ ਯੀਸ਼ੂ ਨੇ ਮੇਰੇ ਸਾਰੇ ਰੋਗਾਂ ਤੋਂ ਮੈਨੂੰ ਨਿਰੋਇਆ ਕੀਤਾ। I never taken any medicine in my life 47 long years. 47 ਲੰਬੇ ਸਾਲਾਂ ਤੋਂ ਮੈਂ ਆਪਣੇ ਜੀਵਨ ਦੇ ਵਿੱਚ ਕਦੇ ਦਵਾਈ ਨਹੀਂ ਲਈ। But nowadays the faith is decreasing. ਪਰ ਇਹਨਾਂ ਦਿਨਾਂ ਦੇ ਵਿੱਚ ਵਿਸ਼ਵਾਸ ਘਟ ਰਿਹਾ ਹੈ। Whatever happened, immediately running to the hospital and giving money to the doctor and sleeping on the beds of the hospital. ਅਤੇ ਇਹਨਾਂ ਦਿਨਾਂ ਦੇ ਵਿੱਚ ਜੇਕਰ ਕੁਝ ਵੀ ਹੁੰਦਾ ਹੈ ਤਾਂ ਤੁਰੰਤ ਉਹ ਹਸਪਤਾਲ ਦੇ ਵੱਲ ਦੌੜਦੇ ਹਨ ਅਤੇ ਦਵਾਈਆਂ ਦੇ ਲਈ ਆਪਣਾ ਪੈਸਾ ਦਿੰਦੇ ਹਨ ਅਤੇ ਹਸਪਤਾਲ ਦੇ ਬਿਸਤਰਿਆਂ ਦੇ ਉੱਤੇ ਲੇਟਦੇ ਹਨ। Because they are fearing that they will die. ਕਿਉਂਕਿ ਉਹ ਡਰਦੇ ਹਨ ਕਿ ਉਹ ਮਰ ਜਾਣਗੇ। Without permission of God, nothing happened to you. ਕਿਉਂਕਿ ਪਰਮੇਸ਼ਰ ਦੀ ਇਜਾਜ਼ਤ ਤੋਂ ਬਿਨਾਂ ਤੁਹਾਨੂੰ ਕੁਝ ਨਹੀਂ ਹੋਏਗਾ। But you must have faith that God will heal your sickness. ਪਰ ਤੁਹਾਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਕਿ ਪਰਮੇਸ਼ਰ ਤੁਹਾਡੀ ਬਿਮਾਰੀ ਤੋਂ ਤੁਹਾਨੂੰ ਚੰਗਾ ਕਰੇਗਾ। Show me in the Bible 40 long years children of Israel, they are anyone taken the medicine in that hospital. Wilderness. ਬਾਈਬਲ ਦੇ ਵਿੱਚ ਇਸਰਾਇਲੀ ਬੱਚੇ 40 ਲੰਬੇ ਸਾਲ ਉਜਾੜ ਦੇ ਵਿੱਚ ਯਾਤਰਾ ਕਰਦੇ ਰਹੇ। ਕੀ ਉਹਨਾਂ ਦੇ ਵਿੱਚੋਂ ਕਿਸੇ ਨੇ ਕੋਈ ਦਵਾਈ ਲਈ? Anyone. ਕਿਸੇ ਨੇ। There is no hospital. ਉੱਥੇ ਕੋਈ ਹਸਪਤਾਲ ਨਹੀਂ ਸੀ। There is no doctors. ਕੋਈ ਡਾਕਟਰ ਨਹੀਂ ਸੀ। Of course, doctors is there in the Egypt only, but not in the wilderness. ਮਿਸਰ ਦੇ ਵਿੱਚ ਡਾਕਟਰ ਸੀ ਪਰ ਉਜਾੜ ਦੇ ਵਿੱਚ ਕੋਈ ਡਾਕਟਰ ਨਹੀਂ ਸਨ। There is no hospital throughout 40 long years. 40 ਲੰਬੇ ਸਾਲਾਂ ਤੱਕ ਕੋਈ ਹਸਪਤਾਲ ਨਹੀਂ ਸੀ। There is no medicine at all. ਕੋਈ ਵੀ ਦਵਾਈ ਨਹੀਂ ਸੀ। There is no doctors at all. ਕੋਈ ਡਾਕਟਰ ਨਹੀਂ ਸਨ। Only God healed all the people. ਕੇਵਲ ਪਰਮੇਸ਼ਰ ਹੀ ਸਾਰੇ ਲੋਕਾਂ ਨੂੰ ਚੰਗਾ ਕਰਦਾ ਸੀ। The same God is healing your sickness and my sickness because of Jesus Christ died on the cross. ਅਤੇ ਉਹੀ ਪਰਮੇਸ਼ਰ ਤੁਹਾਡੀਆਂ ਤੇ ਮੇਰੀਆਂ ਬਿਮਾਰੀਆਂ ਤੋਂ ਸਾਨੂੰ ਨਿਰੋਇਆ ਕਰਦਾ ਹੈ ਕਿਉਂਕਿ ਉਹ ਕਲਵਰੀ ਕਰੂਸ ਦੇ ਉੱਤੇ ਮਰ ਗਿਆ। One of our pastor Philip Chandapillai, you heard 2-3 members maybe. ਅਤੇ ਇੱਕ ਸਾਡੇ ਪਾਸਟਰ ਫਿਲਿਪ ਚੰਡਾ ਪਿਲੇ ਸਨ, ਸ਼ਾਇਦ ਤੁਹਾਡੇ ਵਿੱਚੋਂ ਕੁਝ ਨੇ ਸੁਣਿਆ ਹੋਵੇਗਾ। He preaching before the people. ਉਹ ਲੋਕਾਂ ਦੇ ਸਾਹਮਣੇ ਪ੍ਰਚਾਰ ਕਰਦੇ ਸਨ। If God won't heal our sickness, how can God will raise you from the dead when he shout trumpet? ਅਤੇ ਜੇ ਪਰਮੇਸ਼ਰ ਸਾਨੂੰ ਸਾਡੀ ਬਿਮਾਰੀ ਤੋਂ ਚੰਗਾ ਨਹੀਂ ਕਰ ਸਕਦਾ ਤਾਂ ਸਾਨੂੰ ਮੁਰਦੇ ਹਾਲਤ ਤੋਂ ਕਿਸ ਤਰ੍ਹਾਂ ਜਵਾਏਗਾ ਜਦੋਂ ਤੁਰੀ ਫੁੱਕੀ ਜਾਏਗੀ। You're not now. Our forefathers died. When you die and buried, that time your body become a dust to dust only. ਅਤੇ ਹੁਣ ਨਹੀਂ, ਜਿਵੇਂ ਕਿ ਸਾਡੇ ਪਿਓ ਦਾਦੇ ਮਰ ਚੁੱਕੇ ਹਨ, ਉਹ ਜਿਹੜੇ ਕਬਰ ਦੇ ਵਿੱਚ ਹੁੰਦੇ ਹਨ ਉਹਨਾਂ ਦਾ ਸਰੀਰ ਮਿੱਟੀ ਹੁੰਦਾ ਤੇ ਮਿੱਟੀ ਦੇ ਨਾਲ ਮਿਲ ਜਾਂਦਾ ਹੈ। All your bones also become a dust. I saw with my naked eyes in the grave. ਅਤੇ ਤੁਹਾਡੀਆਂ ਹੱਡੀਆਂ ਵੀ ਮਿੱਟੀ ਹੋ ਜਾਂਦੀਆਂ ਹਨ, ਮੈਂ ਆਪਣੀਆਂ ਨੰਗੀਆਂ ਅੱਖਾਂ ਦੇ ਨਾਲ ਕਬਰ ਦੇ ਵਿੱਚ ਦੇਖੀਆਂ ਹਨ। What I want to say, ਮੈਂ ਕੀ ਕਹਿਣਾ ਚਾਹੁੰਦਾ ਹਾਂ, when Lord shout the trumpet, that dust become a body and the Holy Spirit will go into that body and raise within a twinkle of an eye. ਅਤੇ ਜਦ ਤੁਰੀ ਫੁੱਕੀ ਜਾਏਗੀ ਉਸ ਸਮੇਂ ਪਵਿੱਤਰ ਆਤਮਾ ਜੋ ਹੈ ਉਹਨਾਂ ਹੱਡੀਆਂ ਦੇ ਵਿੱਚ ਜਾਏਗਾ ਅਤੇ ਉਹਨਾਂ ਦੇ ਉਹ ਮਰਨਹਾਰ ਦੇਹ ਨੂੰ ਜਿਵਾਏਗਾ। आंख जबकि if you have the twinkle of an eye, you just shut and close and you open it, everything will happen. ਅਤੇ ਇਹ ਸਾਰਾ ਕੁਝ ਅੱਖ ਦੀ ਚਮਕ ਦੇ ਵਿੱਚ ਹੋਏਗਾ। ਤੁਸੀਂ ਅੱਖਾਂ ਬੰਦ ਕਰਕੇ ਖੋਲੋਗੇ ਤਾਂ ਇਹ ਸਾਰਾ ਕੁਝ ਹੋ ਜਾਏਗਾ। If our God having that much power, why not God heal your sickness? ਜੇ ਸਾਡੇ ਪਰਮੇਸ਼ਰ ਦੇ ਵਿੱਚ ਇੰਨੀ ਜ਼ਿਆਦਾ ਸਮਰੱਥ ਹੈ ਤਾਂ ਫਿਰ ਉਹ ਤੁਹਾਡੀ ਬਿਮਾਰੀ ਨੂੰ ਚੰਗਾ ਕਿਉਂ ਨਹੀਂ ਕਰ ਸਕਦਾ? He will heal you, but you are not have faith in Jesus. ਉਹ ਨਿਸ਼ਚੈ ਚੰਗਾ ਕਰੇਗਾ ਪਰ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਨਹੀਂ ਹੈ। So many times God raised me from the dead state. ਕਿੰਨੀ ਵਾਰੀ ਪਰਮੇਸ਼ਰ ਨੇ ਮੈਨੂੰ ਮੇਰੀ ਮੁਰਦਾ ਹਾਲਤ ਤੋਂ ਜਿਵਾਇਆ। So many sickness, corona also came and when within 15 days I healed. ਕਿੰਨੀਆਂ ਬਿਮਾਰੀਆਂ ਆਈਆਂ, ਮੈਨੂੰ ਕਰੋਨਾ ਵੀ ਹੋਇਆ, ਪਰਮੇਸ਼ਰ ਨੇ 15 ਦਿਨ ਦੇ ਵਿੱਚ ਮੈਨੂੰ ਸ਼ਿਫਾ ਦੇ ਦਿੱਤੀ। Ulcer and jaundice and so many accidents and
malaria, 2 months. So many sickness came in my body. ਅਲਸਰ, ਪੀਲੀਆ ਅਤੇ ਐਕਸੀਡੈਂਟ ਹੋਏ, ਮਲੇਰੀਆ ਹੋਇਆ, ਹੋਰ ਕਿੰਨੀਆਂ ਬਿਮਾਰੀਆਂ ਮੇਰੇ ਸਰੀਰ ਵਿੱਚ ਆਈਆਂ, But God healed all the sickness. ਪਰ ਪਰਮੇਸ਼ਰ ਨੇ ਮੇਰੀਆਂ ਸਾਰੀਆਂ ਬਿਮਾਰੀਆਂ ਤੋਂ ਮੈਨੂੰ ਚੰਗਾ ਕੀਤਾ। Corona time, God, I'm just like a dead only, taking 2 members to the bathroom. ਕਰੋਨਾ ਦੇ ਸਮੇਂ ਵਿੱਚ ਮੈਂ ਬਿਲਕੁਲ ਮੁਰਦੇ ਵਰਗਾ ਸੀ, 2 ਜਣੇ ਫੜ ਕੇ ਮੈਨੂੰ ਵਾਸ਼ਰੂਮ ਲੈ ਕੇ ਜਾਂਦੇ ਸੀ। Then I inquired the Lord, ਫਿਰ ਮੈਂ ਪਰਮੇਸ਼ਰ ਦੇ ਕੋਲੋਂ ਪੁੱਛਗਿੱਛ ਕੀਤੀ, Lord, what sin I done? ਪਰਮੇਸ਼ਰ ਮੈਂ ਕਿਹੜਾ ਪਾਪ ਕੀਤਾ ਹੈ, What sin I done that this sickness came to me? ਪਰਮੇਸ਼ਰ ਮੈਂ ਕਿਹੜਾ ਪਾਪ ਕੀਤਾ ਕਿ ਮੈਨੂੰ ਇਹ ਬਿਮਾਰੀ ਆਈ। First of all, God shows that some iniquities, some error is in your life. ਤਾਂ ਪਰਮੇਸ਼ਰ ਨੇ ਸਭ ਤੋਂ ਪਹਿਲਾਂ ਪ੍ਰਗਟ ਕਰਕੇ ਦਿੱਤਾ ਕਿ ਕੁਝ ਕੁਧਰਮ ਜਾਂ ਕੁਝ ਭੁੱਲ ਚੁੱਕ ਤੇਰੇ ਜੀਵਨ ਦੇ ਵਿੱਚ ਹੈ। Immediately I shed the tears, asked the pardon. ਤੁਰੰਤ ਮੈਂ ਹੰਝੂ ਵਹਾ ਕੇ ਪਰਮੇਸ਼ਰ ਦੇ ਕੋਲੋਂ ਮਾਫੀ ਮੰਗੀ। What God says, ਪਰਮੇਸ਼ਰ ਨੇ ਕੀ ਕਿਹਾ, thousands, lakhs of the people suffering in the corona, you are keeping quiet. You are not crying before me. ਹਜ਼ਾਰਾਂ ਲੱਖਾਂ ਲੋਕ ਕਰੋਨਾ ਦੇ ਨਾਲ ਦੁੱਖ ਉਠਾ ਰਹੇ ਹਨ, ਉਹ ਪੀੜਿਤ ਹਨ, ਤੂੰ ਉਹਨਾਂ ਦੇ ਲਈ ਮੇਰੇ ਅੱਗੇ ਕੋਈ ਦੁਹਾਈ ਨਹੀਂ ਦੇ ਰਿਹਾ, ਤੂੰ ਚੁੱਪ ਰਹਿ ਰਿਹਾ ਹੈ। Then I come to know my fault. ਫਿਰ ਮੈਨੂੰ ਮੇਰੀ ਗਲਤੀ ਸਮਝ ਆਈ। That day onwards, starting to every night and day, crying and praying. That time in Hyderabad, Telangana, God healed wonderfully and so many places. ਉਸ ਦਿਨ ਤੋਂ ਲੈ ਕੇ ਮੈਂ ਦਿਨ ਰਾਤ ਹੰਝੂ ਵਹਾ ਕੇ ਪਰਮੇਸ਼ਰ ਦੇ ਅੱਗੇ ਦੁਹਾਈ ਦੇ ਕੇ ਉਹਨਾਂ ਕਰੋਨਾ ਵਾਲੇ ਲੋਕਾਂ ਦੇ ਲਈ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਤਾਂ ਉਸ ਸਮੇਂ ਪਰਮੇਸ਼ਰ ਨੇ ਹੈਦਰਾਬਾਦ, ਤੇਲੰਗਾਨਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਚੰਗਾਈ ਦੇ ਕੇ ਉਹਨਾਂ ਨੂੰ ਛੁਟਕਾਰਾ ਦਿੱਤਾ। We are child of God. To check our life, to know our life, God will allow some sickness in our body. ਪਰਮੇਸ਼ਰ ਦੇ ਪਿਆਰੇ ਬੱਚਿਓ, ਸਾਡੇ ਜੀਵਨ ਨੂੰ ਜਾਂਚ ਪੜਤਾਲ ਕਰਕੇ ਵੇਖਣ ਦੇ ਲਈ ਕਈ ਵਾਰੀ ਪਰਮੇਸ਼ਰ ਸਾਡੇ ਜੀਵਨ ਵਿੱਚ ਬਿਮਾਰੀ ਦੀ ਇਜਾਜ਼ਤ ਦੇਵੇਗਾ। When you fall in the sick, that time you just sanctify your life and cry the Lord. Immediately God will heal you. ਜਦ ਤੁਸੀਂ ਕਦੇ ਬਿਮਾਰ ਪੈ ਜਾਂਦੇ ਹੋ, ਤੁਰੰਤ ਆਪਣੇ ਜੀਵਨ ਨੂੰ ਸ਼ੁੱਧ ਕਰੋ, ਪਵਿੱਤਰ ਕਰੋ ਤੇ ਪਰਮੇਸ਼ਰ ਤੁਹਾਡੀ ਬਿਮਾਰੀ ਨੂੰ ਸ਼ਿਫਾ ਦੇਵੇਗਾ। Some people, they are doing the secret sins. ਕੁਝ ਲੋਕ ਗੁਪਤ ਪਾਪ ਕਰਦੇ ਹਨ, Then God will punish them. ਫਿਰ ਪਰਮੇਸ਼ਰ ਉਹਨਾਂ ਨੂੰ ਦੰਡ ਦੇਵੇਗਾ। But they are not crying before God and asking pardon. ਪਰ ਉਹ ਪਰਮੇਸ਼ਰ ਦੇ ਅੱਗੇ ਰੋਂਦੇ ਨਹੀਂ ਤੇ ਮਾਫੀ ਨਹੀਂ ਮੰਗਦੇ। Going to the doctor, ਡਾਕਟਰਾਂ ਕੋਲ ਜਾਂਦੇ ਹਨ, taking the medicine. ਦਵਾਈਆਂ ਲੈਂਦੇ ਹਨ, Sometimes they won't heal also. ਤੇ ਕਈ ਵਾਰੀ ਉਸ ਦੇ ਨਾਲ ਵੀ ਸ਼ਿਫਾ ਨਹੀਂ ਮਿਲਦੀ। But they never realize there is sin and iniquity in their life. ਪਰ ਉਹ ਕਦੇ ਵੀ ਆਪਣੇ ਜੀਵਨ ਦੇ ਵਿੱਚ ਆਪਣੇ ਪਾਪਾਂ ਦਾ, ਅਪਰਾਧਾਂ ਦਾ ਅਹਿਸਾਸ ਨਹੀਂ ਕਰਦੇ। Our saints taught us that when the sickness come, immediately you go to God and reconcile with God and tell and confess your sin. ਤੇ ਸਾਡੇ ਸੰਤਾਂ ਨੇ ਸਾਨੂੰ ਸਿਖਾਇਆ ਹੈ ਕਿ ਜਦ ਕਦੇ ਵੀ ਬਿਮਾਰੀ ਆਉਂਦੀ ਹੈ, ਤੁਰੰਤ ਤੁਹਾਨੂੰ ਪਰਮੇਸ਼ਰ ਦੇ ਕੋਲ ਜਾਣਾ ਚਾਹੀਦਾ ਹੈ ਅਤੇ ਆਪਣੇ ਜੀਵਨ ਨੂੰ ਜਾਂਚਣਾ ਚਾਹੀਦਾ ਹੈ, ਉਸ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਤੇ ਪਰਮੇਸ਼ਰ ਦੇ ਅੱਗੇ ਇਕਰਾਰ ਕਰਨਾ ਚਾਹੀਦਾ ਹੈ। Dear children of God, our forefathers, our father saints, what they ask, you know? ਤੇ ਪਰਮੇਸ਼ਰ ਦੇ ਪਿਆਰੇ ਬੱਚੇ, ਸਾਡੇ ਪਿਓ ਦਾਦੇ ਜਾਂ ਪੁਰਾਣੇ ਸੰਤ ਜੋ ਸੀ, ਉਹ ਕੀ ਮੰਗਦੇ ਜਾਂ ਕਹਿੰਦੇ ਹੁੰਦੇ ਸੀ? If the sisters were sick, ਜੇਕਰ ਬ੍ਰਦਰ ਸਿਸਟਰ ਬਿਮਾਰ ਹੁੰਦੇ ਸਨ, they won't pray, they won't ask and comfort them. ਉਹ ਉਹਨਾਂ ਦੇ ਲਈ ਪ੍ਰਾਰਥਨਾ ਨਹੀਂ ਕਰਨਗੇ, ਉਹਨਾਂ ਨੂੰ ਦਿਲਾਸਾ ਨਹੀਂ ਦੇਣਗੇ। Immediately first question, what sin you done, confess. ਤੁਰੰਤ ਉਹਨਾਂ ਦਾ ਪਹਿਲਾ ਸਵਾਲ ਇਹ ਹੁੰਦਾ ਸੀ ਕਿ ਤੁਸੀਂ ਕਿਹੜਾ ਪਾਪ ਕੀਤਾ ਹੈ, ਉਹਦਾ ਇਕਰਾਰ ਕਰੋ। What sin you done, you confess first. ਤੁਸੀਂ ਜੋ ਵੀ ਪਾਪ ਕੀਤਾ ਪਹਿਲਾਂ ਉਹਦਾ ਇਕਰਾਰ ਕਰੋ, After that only they will pray. ਉਸ ਤੋਂ ਬਾਅਦ ਹੀ ਉਹ ਪ੍ਰਾਰਥਨਾ ਕਰਨਗੇ। That's why, dear children of God, when the sickness come, don't go to doctor and spend your money. Confess your sin and shed the tears. Immediately God will heal you. ਇਸੇ ਕਰਕੇ ਪਰਮੇਸ਼ਰ ਦੇ ਪਿਆਰੇ ਬੱਚਿਓ, ਜਦ ਬਿਮਾਰੀ ਆਉਂਦੀ ਹੈ ਤਾਂ ਡਾਕਟਰ ਦੇ ਕੋਲ ਨਾ ਜਾਓ, ਨਾ ਆਪਣੇ ਪੈਸੇ ਖਰਚ ਕਰੋ, ਨਾ ਦਵਾਈ ਲਓ, ਸਗੋਂ ਤੁਰੰਤ ਪਰਮੇਸ਼ਰ ਦੇ ਕੋਲ ਜਾ ਕੇ ਆਪਣੇ ਪਾਪਾਂ ਦਾ ਇਕਰਾਰ ਕਰੋ। I'm so happy some believers will come and tell, Pastor, we are in the divine healing. Please pray. ਤੇ ਮੈਂ ਬਹੁਤ ਹੀ ਖੁਸ਼ ਹਾਂ, ਕਈ ਵਿਸ਼ਵਾਸੀ ਆ ਕੇ ਕਹਿੰਦੇ ਹਨ ਕਿ ਪਾਸਟਰ ਜੀ, ਅਸੀਂ ਇਲਾਹੀ ਸ਼ਿਫਾ ਲਈ ਖੜੇ ਹਾਂ, ਕਿਰਪਾ ਕਰਕੇ ਸਾਡੇ ਲਈ ਪ੍ਰਾਰਥਨਾ ਕਰੋ। That's why Bible says, that David says that
don't forget, He will heal all your sickness. ਇਸੇ ਕਰਕੇ ਬਾਈਬਲ ਕਹਿੰਦੀ ਹੈ, ਰਾਜਾ ਦਾਊਦ ਕਹਿੰਦਾ ਹੈ ਕਿ ਨਾ ਭੁੱਲ, ਉਹ ਤੇਰੇ ਸਾਰੇ ਰੋਗਾਂ ਤੋਂ ਤੈਨੂੰ ਨਿਰੋਇਆ ਕਰੇਗਾ। Not 1, 2, 3, not some ordinary disease, chronic disease, whatever it may be, all disease healed by the Lord, especially in the New Testament, by His stripes we are healed. 1, 2, 3 ਬਿਮਾਰੀਆਂ ਨਹੀਂ, ਜਾਂ ਕੁਝ ਬਿਮਾਰੀਆਂ ਨਹੀਂ, ਜਾਂ ਕੁਝ ਸਧਾਰਨ ਬਿਮਾਰੀਆਂ ਨਹੀਂ, ਬਲਕਿ ਉਹ ਤੇਰੇ ਸਾਰੇ ਰੋਗਾਂ ਤੋਂ ਤੈਨੂੰ ਨਿਰੋਇਆ ਕਰਦਾ ਹੈ। ਪਰ ਨਵੇਂ ਨਿਯਮ ਦੇ ਵਿੱਚ ਇਹ ਕਿਹਾ ਗਿਆ ਕਿ ਉਸਦੇ ਕੋਰੜਿਆਂ ਦੀ ਮਾਰ ਤੋਂ ਅਸੀਂ ਚੰਗੇ ਹੋ ਗਏ। Time is not permitting. What is the third one? ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਤੀਜਾ ਕੀ ਹੈ? 103 Psalm 2 and 3. ਚੌਥਾ ਵਚਨ, ਉਹ ਤੇਰੀ ਜਿੰਦ ਨੂੰ ਟੋਏ ਤੋਂ ਨਿਸਤਾਰਾ ਦਿੰਦਾ ਹੈ, ਉਹ ਤੇਰੇ ਸਿਰ ਉੱਤੇ ਦਇਆ ਤੇ ਰਹਿਮ ਦਾ ਮੁਕਟ ਰੱਖਦਾ ਹੈ। Who redeemeth thy life from destruction, who crowneth thee with loving kindness and tender mercies. Destruction. Once again read. Who redeemeth thy life from destruction, who crowneth thee with loving kindness and tender mercies. Who redeemeth thy life from destruction. I understood. Read the. ਉਹ ਤੇਰੀ ਜਿੰਦ ਨੂੰ ਟੋਏ ਤੋਂ ਨਿਸਤਾਰਾ ਦਿੰਦਾ ਹੈ, ਉਹ ਤੇਰੇ ਸਿਰ ਉੱਤੇ ਦਇਆ ਤੇ ਰਹਿਮ ਦਾ ਮੁਕਟ ਰੱਖਦਾ ਹੈ। In Telugu it is written that He redeemed you from the grave. ਤੇਲਗੂ ਦੇ ਵਿੱਚ ਇਸ ਤਰ੍ਹਾਂ ਲਿਖਿਆ ਕਿ ਉਹ ਤੇਰੀ ਜਿੰਦ ਨੂੰ ਟੋਏ ਤੋਂ, ਮਤਲਬ ਕਬਰ ਤੋਂ ਨਿਸਤਾਰਾ ਦਿੰਦਾ ਹੈ। He delivered you from the grave. ਉਹ ਤੈਨੂੰ ਕਬਰ ਤੋਂ ਨਿਸਤਾਰਾ ਦਿੰਦਾ ਹੈ। What it shows, ਇਹ ਕਿਸ ਗੱਲ ਨੂੰ ਦਰਸਾਉਂਦਾ ਹੈ? that is a water baptism. ਉਹ ਪਾਣੀ ਦਾ ਬਪਤਿਸਮਾ ਹੈ। In water baptism you are delivering from the grave. ਪਾਣੀ ਦੇ ਬਪਤਿਸਮੇ ਦੇ ਵਿੱਚ ਤੁਸੀਂ ਕਬਰ ਤੋਂ ਛੁਡਾਏ ਜਾਂਦੇ ਹੋ। Romans 6 chapter 4th verse. ਰੋਮੀਆਂ ਦੀ ਪੱਤਰੀ 6 ਅਧਿਆਇ 4 ਵਚਨ। Romans 6 chapter 4th verse. ਰੋਮੀਆਂ ਦੀ ਪੱਤਰੀ 6 ਅਧਿਆਇ 4 ਵਚਨ। ਸੋ ਅਸੀਂ ਮੌਤ ਦਾ ਬਪਤਿਸਮਾ ਲੈਣ ਕਰਕੇ ਉਹਦੇ ਨਾਲ ਦੱਬੇ ਗਏ, ਤਾਂ ਜੋ ਜਿਵੇਂ ਪਿਤਾ ਦੀ ਵਡਿਆਈ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ, ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ। Therefore we are buried with him by baptism into death, that like as Christ was raised up from the dead by the glory of the Father, even so we also should walk in newness of life. This is the experience of the deliver from the grave. ਅਤੇ ਇਹ ਕਬਰ ਦੇ ਵਿੱਚੋਂ ਛੁਡਾਏ ਜਾਣ ਦਾ ਤਜਰਬਾ ਹੈ। When we baptize, we are buried in the water. ਜਦ ਅਸੀਂ ਬਪਤਿਸਮਾ ਲੈਂਦੇ ਹਾਂ ਤਾਂ ਅਸੀਂ ਪਾਣੀ ਦੇ ਵਿੱਚ ਦਫਨਾਏ ਜਾਂਦੇ We ਹਾਂ। are buried in the water when you die for your sins. ਜਦ ਤੁਸੀਂ ਆਪਣੇ ਪਾਪਾਂ ਦੇ ਲਈ ਮਰਦੇ ਹੋ ਤਾਂ ਅਸੀਂ ਪਾਣੀ ਦੇ ਵਿੱਚ ਦਫਨਾਏ ਜਾਂਦੇ ਹਾਂ। When we raise from the water, you are raised from the dead and you are become a newness of life. ਅਤੇ ਜਦ ਅਸੀਂ ਪਾਣੀ ਦੇ ਵਿੱਚੋਂ ਬਾਹਰ ਕੱਢੇ ਜਾਂਦੇ ਹਾਂ ਤਾਂ ਅਸੀਂ ਜਵਾਏ ਜਾਂਦੇ ਹਾਂ ਅਤੇ ਨਵੇਂ ਜੀਵਨ ਦੇ ਰਾਹ ਚੱਲਦੇ ਹਾਂ। Then David telling that God raised you from the grave, you give thanks unto the Lord. ਰਾਜਾ ਦਾਊਦ ਕਹਿੰਦਾ ਹੈ, ਉਹ ਤੇਰੀ ਜਿੰਦ ਨੂੰ ਟੋਏ ਤੋਂ ਨਿਸਤਾਰਾ ਦਿੰਦਾ ਹੈ, ਉਸ ਲਈ ਪਰਮੇਸ਼ਰ ਦਾ ਧੰਨਵਾਦ ਕਰ। Baptism is not outwardly thing, ਬਪਤਿਸਮਾ ਕੋਈ ਬਾਹਰੀ ਕੋਈ ਗੱਲ ਨਹੀਂ ਹੈ, but it is an experience that buried and rose again. ਪਰ ਇਹ ਦਫਨਾਏ ਜਾਣ ਅਤੇ ਜੀ ਉੱਠਣ ਦਾ ਤਜਰਬਾ ਹੈ। When we die for our sins, we are buried in the grave. ਜਦ ਅਸੀਂ ਆਪਣੇ ਪਾਪਾਂ ਦੇ ਲਈ ਮਰ ਜਾਂਦੇ ਹਾਂ ਤਾਂ ਅਸੀਂ ਕਬਰ ਵਿੱਚ ਦਫਨਾਏ ਜਾਂਦੇ ਹਾਂ। Dear child of God, that time God raised from the dead and God gave the newness of life. That's why you give thanks unto God. ਉਸ ਸਮੇਂ ਪਰਮੇਸ਼ਰ ਸਾਨੂੰ ਮੁਰਦਿਆਂ ਦੇ ਵਿੱਚੋਂ ਜਿਵਾਉਂਦਾ ਹੈ ਤੇ ਸਾਨੂੰ ਨਵੇਂ ਜੀਵਨ ਦੇ ਰਾਹ ਪਾਉਂਦਾ ਹੈ। ਇਸ ਕਰਕੇ ਅਸੀਂ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਨਾ ਹੈ। That's why King David saying that give thanks unto God. ਇਸੇ ਕਰਕੇ ਰਾਜਾ ਦਾਊਦ ਕਹਿੰਦਾ ਕਿ ਆਪਣੇ ਪਰਮੇਸ਼ਰ ਦਾ ਧੰਨਵਾਦ ਕਰ। Without baptism you will not enter into the kingdom of God. ਪਾਣੀ ਦੇ ਬਪਤਿਸਮੇ ਤੋਂ ਬਿਨਾਂ ਤੁਸੀਂ ਪਰਮੇਸ਼ਰ ਦੇ ਰਾਜ ਵਿੱਚ ਦਾਖਲ ਨਹੀਂ ਹੋਵੋਗੇ। Without the baptism you will not be in the hands of God. ਬਪਤਿਸਮੇ ਤੋਂ ਬਿਨਾਂ ਤੁਸੀਂ ਪਰਮੇਸ਼ਰ ਦੇ ਹੱਥ ਵਿੱਚ ਨਹੀਂ ਹੋਵੋਗੇ। That's why whosoever not taken the water baptism, you have to take the water baptism. ਇਸ ਕਰਕੇ ਜਿਨ੍ਹਾਂ ਨੇ ਪਾਣੀ ਦਾ ਬਪਤਿਸਮਾ ਨਹੀਂ ਲਿਆ ਉਹਨਾਂ ਨੇ ਪਾਣੀ ਦਾ ਬਪਤਿਸਮਾ ਲੈਣਾ ਹੈ। And born in the water. ਅਤੇ ਪਾਣੀ ਤੋਂ ਜਨਮ ਲੈਣਾ ਹੈ। And enter into the kingdom of God. ਪਰਮੇਸ਼ਰ ਦੇ ਰਾਜ ਵਿੱਚ ਦਾਖਲ ਹੋਣਾ ਹੈ। That's why whosoever not taking the water baptism, whenever you ask, we will give that. ਇਸ ਕਰਕੇ ਜਿਨ੍ਹਾਂ ਨੇ ਪਾਣੀ ਦਾ ਬਪਤਿਸਮਾ ਨਹੀਂ ਲਿਆ, ਜਦ ਤੁਸੀਂ ਕਹੋਗੇ ਤਾਂ ਤੁਹਾਨੂੰ ਪਾਣੀ ਦਾ ਬਪਤਿਸਮਾ ਦਿੱਤਾ ਜਾਏਗਾ। What is the fourth one? ਚੌਥਾ ਕੀ ਹੈ?
ਉਹ ਭਲਾਈ ਨਾਲ ਤੇਰੇ ਮੂੰਹ ਨੂੰ ਰਜਾਉਂਦਾ ਹੈ, ਤੂੰ ਉਕਾਬ ਵਾਂਗੂ ਆਪਣੀ ਜ਼ੁਬਾਨੀ ਨੂੰ ਨਮਾ ਕਰਦਾ ਹੈ। who crowneth thee with loving kindness and tender mercies. What is the loving kindness and tender mercy? ਉਹ ਦਇਆ ਤੇ ਰਹਿਮ ਕੀ ਹੈ? Read in English once again. Who crowneth thee with Crowned thee with loving kindness. ਜਿਹੜਾ ਦਇਆ ਤੇ ਰਹਿਮ ਦਾ ਮੁਕਟ ਪਹਿਨਾਉਂਦਾ ਹੈ। What it shows, ਇਹ ਕਿਸ ਗੱਲ ਨੂੰ ਦਰਸਾਉਂਦਾ ਹੈ? receive the anointing of the Holy Spirit. ਪਵਿੱਤਰ ਆਤਮਾ ਦਾ ਮਸਾ ਪ੍ਰਾਪਤ ਕਰਨ ਨੂੰ ਦਰਸਾਉਂਦਾ ਹੈ। Crown shows the Holy Spirit. ਮੁਕਟ ਪਵਿੱਤਰ ਆਤਮਾ ਦੇ ਮਸਾ ਨੂੰ ਦਰਸਾਉਂਦਾ ਹੈ। In Numbers, otherwise Leviticus 21 chapter 12th verse. ਗਿਣਤੀ ਜਾਂ ਲੇਵੀਆਂ ਦੀ ਪੁਸਤਕ 21 ਅਧਿਆਇ ਦੇ ਵਿੱਚ The crown of anointing is upon your head. You should not leave the sanctuary. ਕਿਉਂਕਿ ਮਸਾ ਦੇ ਤੇਲ ਦਾ ਮੁਕਟ ਤੇਰੇ ਸਿਰ ਦੇ ਉੱਤੇ ਹੈ, ਇਸ ਕਰਕੇ ਪਵਿੱਤਰ ਸਥਾਨ ਨੂੰ ਛੱਡ ਕੇ ਬਾਹਰ ਨਾ ਜਾਏ। 21:12 ਲੈਵਿਟਿਕਸ 21:12 Leviticus 21:12. ਲੇਵੀਆਂ ਦੀ ਪੁਸਤਕ 21 ਅਧਿਆਇ 12 ਵਚਨ। ਨਾ ਉਹ ਪਵਿੱਤਰ ਸਥਾਨ ਤੋਂ ਨਿਕਲੇ, ਨਾ ਆਪਣੇ ਪਰਮੇਸ਼ਰ ਦੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕਰੇ, ਕਿਉਂ ਜੋ ਉਸੇ ਦੇ ਪਰਮੇਸ਼ਰ ਦੇ ਮਸਾ ਕੰਨ ਦੇ ਤੇਲ ਦਾ ਮੁਕਟ ਉਹਦੇ ਉੱਤੇ ਹੈ। ਮੈਂ ਯਹੋਵਾ ਹਾਂ। Neither shall he go out of the sanctuary, nor profane the sanctuary of his God, for the crown of the anointing oil of his God is upon him. I am the Lord. Masa payeso mukut. The Kya? crown of the anointing. ਪਰਮੇਸ਼ਰ ਦੇ ਮਸਾ ਕਰਨ ਦੇ ਤੇਲ ਦਾ ਮੁਕਟ ਉਹਦੇ ਉੱਤੇ ਹੈ। So crown shows the anointing of the Holy Spirit. ਇਸ ਕਰਕੇ ਮੁਕਟ ਪਵਿੱਤਰ ਆਤਮਾ ਦੇ ਮਸਾ ਨੂੰ ਦਰਸਾਉਂਦਾ ਹੈ। So God gave freely anointing. ਪਰਮੇਸ਼ਰ ਨੇ ਮੁਫਤ ਦੇ ਵਿੱਚ ਸਾਨੂੰ ਇਹ ਮਸਾ ਦਿੱਤਾ ਹੈ। That is a loving kindness. ਇਹ ਉਸ ਦਾ ਰਹਿਮ ਹੈ। So God gave freely the anointing to you and put the crown upon your head. ਪਰਮੇਸ਼ਰ ਨੇ ਮੁਫਤ ਦੇ ਵਿੱਚ ਤੁਹਾਨੂੰ ਪਵਿੱਤਰ ਆਤਮਾ ਦਾ ਮਸਾ ਦੇ ਕੇ ਤੁਹਾਡੇ ਸਿਰ ਤੇ ਮੁਕਟ ਰੱਖਿਆ ਹੈ। This crown will preserve you in the world, and this crown will take you to the heaven also. ਇਹ ਮੁਕਟ ਤੁਹਾਨੂੰ ਸੰਸਾਰ ਦੇ ਵਿੱਚ ਸੰਭਾਲੇਗਾ ਅਤੇ ਇਹ ਮੁਕਟ ਤੁਹਾਨੂੰ ਸਵਰਗ ਵੀ ਲੈ ਕੇ ਜਾਏਗਾ। That's why, children of God, you have to receive the Holy Spirit in your life. ਇਸੇ ਕਰਕੇ ਪਰਮੇਸ਼ਰ ਦੇ ਪਿਆਰੇ ਬੱਚਿਓ, ਤੁਸੀਂ ਆਪਣੇ ਜੀਵਨ ਦੇ ਵਿੱਚ ਪਵਿੱਤਰ ਆਤਮਾ ਦਾ ਮਸਾ ਪ੍ਰਾਪਤ ਕਰਨਾ ਹੈ। King David says that don't forget his benefit. You receive the Holy Spirit, give thanks unto God. ਇਸ ਕਰਕੇ ਰਾਜਾ ਦਾਊਦ ਕਹਿੰਦਾ ਕਿ ਤੂੰ ਉਸਦੇ ਉਪਕਾਰ ਨਾ ਵਿਸਾਰ, ਤੂੰ ਉਸੇ ਮਸਾ ਨੂੰ ਪ੍ਰਾਪਤ ਕਰ, ਉਸਦਾ ਧੰਨਵਾਦ ਕਰ। I will tell one thing, don't shock and don't grieve also, but cry unto God. ਮੈਂ ਤੁਹਾਨੂੰ ਇੱਕ ਗੱਲ ਦੱਸਾਂਗਾ, ਉਸ ਦੇ ਲਈ ਹੈਰਾਨ ਨਹੀਂ ਹੋਣਾ, ਦੁਖੀ ਨਹੀਂ ਹੋਣਾ, ਸਗੋਂ ਪਰਮੇਸ਼ਰ ਦਾ ਧੰਨਵਾਦ ਕਰਨਾ ਹੈ। Without the anointing of the Holy Spirit, without the speaking unknown tongues, without sanctified Holy Spirit, you will not rapture in the coming of the Lord. ਕਿਉਂਕਿ ਪਵਿੱਤਰ ਆਤਮਾ ਦੇ ਮਸਾ ਤੋਂ ਬਿਨਾ ਜਾਂ ਪਵਿੱਤਰ ਆਤਮਾ ਪ੍ਰਾਪਤ ਕੀਤੇ ਬਿਨਾ ਤੁਸੀਂ ਪ੍ਰਭੂ ਦੀ ਆਮਦ ਦੇ ਵਿੱਚ ਉਠਾਏ ਨਹੀਂ ਜਾਓਗੇ। In any circumstance, you have no chance to fly in the air to meet our Lord. ਅਤੇ ਕਿਸੇ ਵੀ ਹਾਲਤ ਦੇ ਵਿੱਚ ਉੱਡ ਕੇ ਆਪਣੇ ਪ੍ਰਭੂ ਨੂੰ ਬੱਦਲਾਂ ਵਿਚਕਾਰ ਮਿਲਣ ਦਾ ਕੋਈ ਮੌਕਾ ਨਹੀਂ ਹੋਏਗਾ। That's why all the believers who are not received the Holy Spirit shed the tears. ਇਸ ਕਰਕੇ ਸਾਰੇ ਵਿਸ਼ਵਾਸੀ ਜਿਨ੍ਹਾਂ ਨੇ ਪਵਿੱਤਰ ਆਤਮਾ ਪ੍ਰਾਪਤ ਨਹੀਂ ਕੀਤਾ ਆਪਣੇ ਹੰਝੂ ਵਹਾਓ। In Vijayawada, 78 years old man going on telling, Pastor, I have no Holy Spirit, please pray. ਵਿਜੇਵਾੜਾ ਦੇ ਵਿੱਚ ਇੱਕ 78 ਸਾਲ ਦਾ ਬਜ਼ੁਰਗ ਵਿਸ਼ਵਾਸੀ ਉਹ ਰੋਂਦਾ ਰਹਿੰਦਾ ਸੀ ਕਿ ਪਾਸਟਰ ਜੀ ਮੈਂ ਪਵਿੱਤਰ ਆਤਮਾ ਪ੍ਰਾਪਤ ਨਹੀਂ ਕੀਤਾ, ਕਿਰਪਾ ਕਰਕੇ ਮੇਰੇ ਲਈ ਪ੍ਰਾਰਥਨਾ ਕਰੋ। We prayed, lastly received the Holy Spirit. ਅਸੀਂ ਪ੍ਰਾਰਥਨਾ ਕੀਤੀ, ਆਖਿਰ ਦੇ ਵਿੱਚ ਉਹਨੇ ਪਵਿੱਤਰ ਆਤਮਾ ਪ੍ਰਾਪਤ ਕੀਤਾ। After that only he died. ਉਸ ਤੋਂ ਬਾਅਦ ਹੀ ਉਹ ਮਰਿਆ। What I want to say, ਮੈਂ ਕੀ ਕਹਿਣਾ ਚਾਹੁੰਦਾ ਹਾਂ, you ask the Lord and cry the Lord and receive the Holy Spirit. That is a crown of the anointing. ਪਰਮੇਸ਼ਰ ਦੇ ਕੋਲੋਂ ਮੰਗੋ, ਉਸਦੇ ਅੱਗੇ ਦੁਹਾਈ ਦਿਓ, ਉਸਦੇ ਅੱਗੇ ਹੰਝੂ ਵਹਾਓ ਅਤੇ ਉਹੀ ਮਸਾ ਦੇ ਤੇਲ ਦਾ ਮੁਕਟ ਹੈ। All must receive the Holy Spirit. ਸਾਰੇ ਪਵਿੱਤਰ ਆਤਮਾ ਪ੍ਰਾਪਤ ਕਰਨੇ ਚਾਹੀਦੇ ਹਨ। One brother came and told me that, Pastor, I received the Holy Spirit in my home only. ਅਤੇ ਇੱਕ ਭਰਾ ਨੇ ਮੈਨੂੰ ਆ ਕੇ ਦੱਸਿਆ ਕਿ ਪਾਸਟਰ ਜੀ ਮੈਂ ਆਪਣੇ ਘਰ ਦੇ ਵਿੱਚ ਹੀ ਪਵਿੱਤਰ ਆਤਮਾ ਦਾ ਮਸਾ ਪ੍ਰਾਪਤ ਕੀਤਾ। Wherever it may be, you cry and receive the Holy Spirit. ਅਤੇ ਤੁਸੀਂ ਜਿੱਥੇ ਕਿਤੇ ਵੀ ਹੋ ਉੱਥੇ ਹੀ ਤੁਸੀਂ ਪਰਮੇਸ਼ਰ ਦੇ ਅੱਗੇ ਦੁਹਾਈ ਦਿਓ ਤੇ ਪਵਿੱਤਰ ਆਤਮਾ ਦਾ ਮਸਾ ਪ੍ਰਾਪਤ ਕਰੋ। Especially whosoever receive the Holy Spirit, you give thanks unto the Lord every day. ਖਾਸ ਕਰਕੇ ਜਿਨ੍ਹਾਂ ਨੇ ਪਵਿੱਤਰ ਆਤਮਾ ਦਾ ਮਸਾ ਪ੍ਰਾਪਤ ਕੀਤਾ ਹੈ, ਤੁਹਾਨੂੰ ਹਰ ਰੋਜ਼ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਹੈ। One magician came to our pastor. ਅਤੇ ਇੱਕ ਜਾਦੂਗਰ ਸਾਡੇ ਪਾਸਟਰ ਜੀ ਕੋਲ ਆਇਆ।
Pastor, whosoever receive the Holy Spirit, who will speak unknown tongues, our witchcraft will not work to them. ਤੇ ਉਸਨੇ ਕਿਹਾ ਕਿ ਪਾਸ ਜੀ ਜਿਨ੍ਹਾਂ ਨੇ ਪਵਿੱਤਰ ਆਤਮਾ ਪ੍ਰਾਪਤ ਕੀਤਾ ਹੈ, ਜਿਹੜੇ ਗੈਰ ਜ਼ਬਾਨ ਬੋਲਦੇ ਹਨ, ਉਹਨਾਂ ਦੇ ਉੱਤੇ ਸਾਡਾ ਜਾਦੂ ਨਹੀਂ ਚੱਲਦਾ। Whatever we done, nothing will happen. ਅਸੀਂ ਜੋ ਕੁਝ ਵੀ ਕਰਾਂਗੇ ਉਹਨਾਂ ਨੂੰ ਕੁਝ ਨਹੀਂ ਹੋਏਗਾ। That Holy Spirit preserving your life. ਉਹ ਪਵਿੱਤਰ ਆਤਮਾ ਤੁਹਾਡੇ ਜੀਵਨ ਨੂੰ ਸੰਭਾਲਦਾ ਹੈ। That's why you give thanks unto the Lord. ਇਸ ਕਰਕੇ ਤੁਸੀਂ ਪਰਮੇਸ਼ਰ ਦਾ ਧੰਨਵਾਦ ਕਰਨਾ ਹੈ। The Holy Spirit heal your sickness. ਪਵਿੱਤਰ ਆਤਮਾ ਤੁਹਾਡੀਆਂ ਬਿਮਾਰੀਆਂ ਤੋਂ ਸ਼ਿਫਾ ਦਿੰਦਾ ਹੈ। The Holy Spirit resists the devil. ਪਵਿੱਤਰ ਆਤਮਾ ਸ਼ੈਤਾਨ ਦਾ ਸਾਹਮਣਾ ਕਰਦਾ ਹੈ। That Holy Spirit transform your life to the glorious body. ਪਵਿੱਤਰ ਆਤਮਾ ਤੁਹਾਡੇ ਜੀਵਨ ਨੂੰ ਰੂਪਾਂਤਰ ਕਰਕੇ ਜਲਾਲੀ ਦੇਹ ਦੇ ਵਿੱਚ ਬਦਲਦਾ ਹੈ। That's why you receive the Holy Spirit and preserve the Holy Spirit. Give thanks unto the Lord. ਇਸੇ ਕਰਕੇ ਤੁਸੀਂ ਪਵਿੱਤਰ ਆਤਮਾ ਪ੍ਰਾਪਤ ਕਰਨਾ ਹੈ, ਉਸ ਨੂੰ ਸੰਭਾਲਣਾ ਹੈ ਤੇ ਪਰਮੇਸ਼ਰ ਦਾ ਧੰਨਵਾਦ ਕਰਨਾ ਹੈ। Last you read, time is not permitting. Last. ਆਖਰੀ ਪੜਾਂਗੇ। ਯਹੋਵਾ ਧਰਮ ਦੇ ਕੰਮ ਅਤੇ ਨਿਆਂ ਸਭ ਦਬਾਏ ਹੋਇਆਂ ਦੇ ਲਈ ਕਰਦਾ ਹੈ। who ਪੰਜ sat- ਵਿੱਚ ਉਹ ਭਲਾਈ ਨਾਲ ਤੇਰੇ ਮੂੰਹ ਨੂੰ ਰਜਾਉਂਦਾ ਹੈ, ਤੂੰ ਉਕਾਬ ਵਾਂਗੂ ਆਪਣੀ ਜ਼ਬਾਨੀ ਨੂੰ ਨਵਾਂ ਕਰਦਾ ਹੈ। who satisfieth thy mouth with good things, so that thy youth is renewed like the eagles. This is the last point I'm finishing now. ਇਹ ਆਖਰੀ ਵਿਸ਼ਾ ਮੈਂ ਖਤਮ ਕਰ ਰਿਹਾ ਹਾਂ। Give thanks unto the Lord because God renew your life and body and everything like an eagle. ਅਤੇ ਤੂੰ ਪਰਮੇਸ਼ਰ ਦਾ ਧੰਨਵਾਦ ਕਰ ਕਿਉਂਕਿ ਪਰਮੇਸ਼ਰ ਤੇਰੇ ਜੀਵਨ ਨੂੰ, ਸਰੀਰ ਨੂੰ, ਸਭ ਕੁਝ ਨੂੰ ਅਤੇ ਤੇਰੀ ਜਵਾਨੀ ਨੂੰ ਨਵਾਂ ਕਰਦਾ ਹੈ, ਉਕਾਬ ਦੀ ਤਰ੍ਹਾਂ ਨਵਾਂ ਕਰਦਾ ਹੈ। God wonderfully renew your body for the transformation for the coming of the Lord. ਅਤੇ ਪਰਮੇਸ਼ਰ ਅਦਭੁਤ ਤਰੀਕੇ ਦੇ ਨਾਲ ਤੇਰੇ ਜੀਵਨ ਨੂੰ ਰੂਪਾਂਤਰ ਕਰਦਾ ਹੈ, ਨਵਾਂ ਕਰਦਾ ਹੈ ਪ੍ਰਭੂ ਦੀ ਆਮਦ ਦੇ ਵਿੱਚ ਉਠਾਏ ਜਾਣ ਦੇ ਲਈ। Whenever you wait upon the Lord, ਜਦ ਕਦੇ ਵੀ ਤੁਸੀਂ ਯਹੋਵਾ ਦੀ ਨੂੰ ਉਡੀਕਦੇ ਹੋ, God will renew your body. ਪਰਮੇਸ਼ਰ ਤੁਹਾਡੇ ਸਰੀਰ ਨੂੰ ਨਵਿਆਂ ਕਰੇਗਾ। Isaiah 40 chapter 31, I believe 30-31. ਇਹ ਸ਼ਾਇਦ ਦੀ ਕਿਤਾਬ 40 ਅਧਿਆਇ 31 ਵਚਨ। ਪਰ ਯਹੋਵਾ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਉਹ ਕਾਬਾਂ ਵਾਂਗੂ ਖੰਭਾਂ ਉੱਤੇ ਉੱਡਣਗੇ, ਉਹ ਦੌੜਨਗੇ ਤੇ ਨਾ ਥੱਕਣਗੇ, ਉਹ ਫਿਰਨਗੇ ਔਰ ਹੁੱਸਣਗੇ ਨਹੀਂ। But they that wait upon the Lord shall renew their strength. They shall mount up with wings as eagles. They shall run and not be weary. They shall walk and not faint. They are waiting upon the Lord. ਉਹ ਯਹੋਵਾ ਨੂੰ ਉਡੀਕਦੇ ਹਨ। Lord, when you are coming? ਪ੍ਰਭੂ ਤੂੰ ਕਦ ਆਏਗਾ? Lord, I'm waiting for you. ਪ੍ਰਭੂ ਮੈਂ ਤੇਰੀ ਇੰਤਜ਼ਾਰ ਕਰ ਰਿਹਾ ਹਾਂ। When you are going to come back, oh Lord? ਹੇ ਪ੍ਰਭੂ ਤੂੰ ਕਦੋਂ ਵਾਪਸ ਆਏਗਾ? Going on crying before God. ਪਰਮੇਸ਼ਰ ਦੇ ਅੱਗੇ ਰੋਂਦੇ ਰਹਿੰਦੇ ਹਨ। Whosoever waiting for the Lord, God will fill with the power of God and renew their strength. ਜਿਹੜੇ ਯਹੋਵਾ ਨੂੰ ਉਡੀਕਦੇ ਹਨ, ਪਰਮੇਸ਼ਰ ਉਹਨਾਂ ਦੇ ਬਲ ਨੂੰ ਨਵਿਆਂ ਕਰਦਾ ਹੈ ਅਤੇ ਉਹਨਾਂ ਨੂੰ ਬਲ ਦੇ ਨਵੇਂ ਸਿਰਿਓਂ ਬਲ ਦਿੰਦਾ ਹੈ। You know that eagle how can renew? ਕਿ ਤੁਸੀਂ ਜਾਣਦੇ ਹੋ ਕਿ ਕਿਸ ਤਰ੍ਹਾਂ ਉਕਾਬ ਆਪਣੇ ਆਪ ਨੂੰ ਨਵਾਂ ਕਰਦਾ ਹੈ, Because it is written eagle. ਕਿਉਂਕਿ ਇੱਥੇ ਉਕਾਬ ਲਿਖਿਆ ਹੋਇਆ ਹੈ। Like an eagle you renew. ਤੁਸੀਂ ਉਕਾਬ ਦੀ ਤਰ੍ਹਾਂ ਆਪਣੇ ਆਪ ਨੂੰ ਨਵਿਆਂ ਕਰਨਾ ਹੈ। You know what happened to eagle? ਤੁਹਾਨੂੰ ਪਤਾ ਹੈ ਉਕਾਬ ਨੂੰ ਕੀ ਹੁੰਦਾ ਹੈ? When it become old, ਜਦੋਂ ਬਜ਼ੁਰਗ ਹੋ ਜਾਂਦਾ ਹੈ, ਬੁੱਢਾ ਹੋ ਜਾਂਦਾ ਹੈ, that time unable to fly. ਉਸ ਸਮੇਂ ਉਹ ਉੱਡ ਨਹੀਂ ਸਕਦਾ। So the eagle will renew their strength. ਇਸ ਕਰਕੇ ਉਕਾਬ ਆਪਣੇ ਬਲ ਨੂੰ ਨਵਿਆਂ ਕਰਦਾ ਹੈ। How can it will be? ਇਹ ਕਿਸ ਤਰ੍ਹਾਂ ਹੋਏਗਾ? That eagle will go and smite his two wings to the rock. ਅਤੇ ਉਕਾਬ ਜਾ ਕੇ ਆਪਣੇ ਖੰਭਾਂ ਨੂੰ ਚਟਾਨ ਦੇ ਵੀ ਅੰਦਰ ਬੈਠ ਕੇ ਦੋਵੇਂ ਪਾਸੇ ਮਾਰਦਾ ਹੈ। The wings go and hit the rock. ਉਹ ਆਪਣੇ ਖੰਭਾਂ ਦੇ ਨਾਲ ਦੋਵੇਂ ਪਾਸੇ ਚਟਾਨ ਤੇ ਮਾਰਦਾ ਰਹਿੰਦਾ ਹੈ। Then all the feathers will fall down. ਫਿਰ ਉਹਦੇ ਸਾਰੇ ਖੰਭ ਡਿੱਗ ਜਾਂਦੇ ਹਨ। Of course, bleeding is there, blood bleeding is there. ਖੂਨ ਵੀ ਵਗੇਗਾ And all the feathers will fall down. ਸਾਰੇ ਖੰਭ ਡਿੱਗ ਜਾਣਗੇ। After that, it will go and sit upon the rock, ਅਤੇ ਉਸ ਤੋਂ ਬਾਅਦ ਜਾ ਕੇ ਚਟਾਨ ਤੇ ਬੈਠ ਜਾਂਦਾ ਹੈ just waiting for the God. ਅਤੇ ਪਰਮੇਸ਼ਰ ਦੀ ਇੰਤਜ਼ਾਰ ਕਰਦਾ ਰਹਿੰਦਾ ਹੈ। And little by little, little by little, little by little, the feathers come back. ਤੇ ਹੌਲੀ ਹੌਲੀ ਕਰਕੇ ਉਸਦੇ ਨਵੇਂ ਖੰਭ ਆਉਣੇ ਸ਼ੁਰੂ ਹੋ ਜਾਂਦੇ ਹਨ। When it come back again, the feathers, ਅਤੇ ਜਦ ਉਹ ਖੰਭ ਦੁਬਾਰਾ ਆ ਜਾਂਦੇ ਹਨ, again it will fly and go up and up.
ਆ ਤੇ ਫਿਰ ਉੱਡ ਉੱਡ ਕੇ ਉੱਚੇ ਤੋਂ ਉੱਚਾ ਜਾਂਦਾ ਹੈ। Like that, eagle's strength will renew. ਇਸ ਤਰ੍ਹਾਂ ਉਕਾਬ ਦਾ ਬਲ ਨਵਾਂ ਹੁੰਦਾ ਹੈ। All the believers and workers also must renew your strength in the Holy Spirit. ਇਸੇ ਤਰ੍ਹਾਂ ਸਾਰੇ ਸੇਵਕ ਤੇ ਵਿਸ਼ਵਾਸੀ ਪਵਿੱਤਰ ਆਤਮਾ ਦੇ ਦੁਆਰਾ ਆਪਣੇ ਬਲ ਨੂੰ ਨਵਿਆਂ ਕਰਨੇ ਚਾਹੀਦੇ ਹਨ। Remove all your feathers means old nature, old character. ਆ ਤੇ ਆਪਣੇ ਸਾਰੇ ਪੁਰਾਣੇ ਖੰਭਾਂ ਨੂੰ ਉਤਾਰ ਦੇਣਾ, ਮਤਲਬ ਸਾਰੇ ਪੁਰਾਣਾ ਸੁਭਾਅ, ਪੁਰਾਣੇ ਚਰਿੱਤਰ ਨੂੰ ਉਤਾਰ ਦੇਣਾ। And strengthen yourself. ਆਪਣੇ ਆਪ ਨੂੰ ਬਲਵੰਤ ਕਰਨਾ, Wait upon the Lord. ਯਹੋਵਾ ਨੂੰ ਉਡੀਕਣਾ। First waiting is for the anointing. ਪਹਿਲਾ ਇੰਤਜ਼ਾਰ ਪਵਿੱਤਰ ਆਤਮਾ ਦੇ ਮਸਾ ਦੇ ਲਈ ਹੈ, Second waiting for the coming of the Lord. ਅਤੇ ਦੂਜਾ ਇੰਤਜ਼ਾਰ ਪ੍ਰਭੂ ਦੀ ਆਮਦ ਦੇ ਲਈ ਹੈ। If you go on waiting the Lord, God will strengthen you like anything. ਜੇਕਰ ਤੁਸੀਂ ਯਹੋਵਾ ਨੂੰ ਉਡੀਕਦੇ ਰਹੋਗੇ ਤਾਂ ਪਰਮੇਸ਼ਰ ਤੁਹਾਨੂੰ ਬਹੁਤ ਵੱਡੇ ਬਲ ਦੇ ਨਾਲ ਸਮਰੱਥਾ ਦੇਵੇ, ਬਲਵੰਤ And ਕਰੇਗਾ। God will transform your body for the coming of the Lord. ਪਰਮੇਸ਼ਰ ਪ੍ਰਭੂ ਦੀ ਆਮਦ ਦੇ ਲਈ ਤੁਹਾਡੀ ਦੇਹ ਰੂਪਾਂਤਰ ਕਰੇਗਾ। That's why King David said, don't forget all his benefits. ਇਸੇ ਕਰਕੇ ਰਾਜਾ ਦਾਊਦ ਕਹਿੰਦੇ ਕਿ ਉਸਦੇ ਉਪਕਾਰ ਨਾ ਵਿਸਾਰ। God going to strengthen your body and renew it. ਇਸ ਦੇ ਲਈ ਤੁਸੀਂ ਆਪਣੇ ਸਰੀਰ ਨੂੰ ਬਲਵੰਤ ਕਰੋ ਤੇ ਨਵਿਆਂ ਕਰੋ। God anointed with the crown of anointing. ਪਰਮੇਸ਼ਰ ਨੇ ਮਸਾ ਦੇ ਮੁਕਟ ਦੇ ਨਾਲ ਮੈਨੂੰ ਮਸਾ ਕੀਤਾ ਹੈ। By the baptism you are raised from the dead. ਬਪਤਿਸਮੇ ਦੇ ਨਾਲ ਤੁਸੀਂ ਮੁਰਦਿਆਂ ਵਿੱਚੋਂ ਜਿਵਾਏ ਗਏ ਹੋ। God forgiven all your iniquities. ਪਰਮੇਸ਼ਰ ਨੇ ਤੁਹਾਡੇ ਸਾਰੇ ਕੁਕਰਮਾਂ ਨੂੰ ਮਾਫ ਕੀਤਾ ਹੈ। He healed all your sickness. ਉਸਨੇ ਤੁਹਾਡੇ ਸਾਰੇ ਰੋਗਾਂ ਤੋਂ ਨਿਰੋਇਆ ਕੀਤਾ That's ਹੈ। why children of God, remember that and give thanks every day in your house, in your life. ਇਸ ਕਰਕੇ ਪਰਮੇਸ਼ਰ ਦੇ ਪਿਆਰੇ ਬੱਚਿਓ, ਆਪਣੇ ਜੀਵਨ ਦੇ ਆਪਣੇ ਘਰਾਂ ਦੇ ਵਿੱਚ ਹਰ ਰੋਜ਼ ਇਸ ਦੇ ਬਾਰੇ ਯਾਦ ਕਰਕੇ ਉਸ ਦਾ ਧੰਨਵਾਦ ਕਰਨਾ ਹੈ। All kneel down. ਸਾਰੇ ਗੋਡਿਆਂ ਦੇ ਬੈਠਾਂਗੇ, Just surrender your life. ਆਪਣਾ ਜੀਵਨ ਸਮਰਪਿਤ ਕਰਾਂਗੇ। Give thanks unto God. ਪਰਮੇਸ਼ਰ ਦੇ ਲਈ ਧੰਨਵਾਦ ਦਿਓ। Renew your life. ਆਪਣੇ ਜੀਵਨ ਨੂੰ ਨਵਿਆਂ ਕਰੋ, Strengthen our life. ਆਪਣੇ ਜੀਵਨ ਨੂੰ ਬਲਵੰਤ ਕਰੋ। Lord is coming soon. ਪ੍ਰਭੂ ਜਲਦੀ ਆ ਰਿਹਾ ਹੈ। ਤੇਰੀ ਸਾਰੀ ਪਾਪਾਂ Open your mouth. ਨੂੰ ਮਿਟਾਉਂਦਾ, ਸਾਰੀ ਗੁਲਾਮੀ ਤੋਂ ਤੈਨੂੰ ਛੁਡਾਉਂਦਾ। ਤੇਰੀ ਸਾਰੀ ਪਾਪਾਂ ਨੂੰ ਮਿਟਾਉਂਦਾ, ਸਾਰੀ ਗੁਲਾਮੀ ਤੋਂ Kneel down, kneel down. ਤੈਨੂੰ ਬੜੇ ਘੁਟਨੇ ਸਾਰੇ ਛੁਡਾਉਂਦਾ। ਗੋਡਿਆਂ ਦੇ ਖੜੇ ਹੋ ਦੇਵੇ ਜਾਵਾਂਗੇ। ਓ ਸ਼ਿਫਾ बीमारियां तो यीशु नाम जियारा है। देवे ओ शिफा बीमारियां तो यीशु नाम जियारा है। तन तन तू है मेरी जान, यीशु तेरा रखवाला है। सारे दुखों तो तेनू छुड़ावे, यीशु नाम जियारा है। सारे दुखों तो तेनू छुड़ावे, यीशु नाम जियारा है। Amen. पलियाया नालियो तेनू रजादा, तेरी जवानी नू नवा बनांदा। Hallelujah. पलियाया नालियो तेनू रजादा, तेरी जवानी नू नवा बनांदा। जोरे उकाबा वांगर दीदा, यीशु नाम जियारा है। जोरे उकाबा वांगर दीदा, यीशु नाम जियारा है। पलियाया नालियो तेनू रजादा, तेरी जवानी नू नवा बनांदा। पलियाया नालियो तेनू रजादा, तेरी जवानी नू नवा बनांदा। जोर उकाबा वांग दीदा, Hallelujah. यीशु नाम जियारा है। जोरी उकाबा वांग दीदा, यीशु नाम जियारा है। रजादा तेरी जवानी नू नवा बनांदा। भलिया नालियो तेनू रजादा, तेरी जवानी नू नवा बनांदा। जोरी
दीदा यीशु नाम जियारा हालेलुया। जोरे काबा वांग दीदा यीशु नाम जियारा 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 Praise the Lord, praise the Lord, praise the Lord, praise the Lord. 5 मिनट आत्मा में भरना, नया बल प्राप्त कर लेना। रंदरा शरंदरा शंदरमा नकश्या लबा दिरी नमा नकत रंदरा। प्रभु तेरा जवानी को नया कर रहा, तेरा आत्मीय जवानी शरीर में सो जवानी को नया कर रहा। रंदरा शंदरा शरंदरा शरंदरा शंदरमा नकत रंदरा। आमीन आमीन आमीन। शुक्रगुजारी दिल से खुशी से आत्मा में भरना। पापों को क्षमा किया, बीमारियों को चंगाई किया, प्रभु अभिषेक दिया और अपने को नया कर रहा। रंदरा शंदरा कत रंदरा शंदरा मान कत रंदरा शरंदरा। आमीन 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 आमीन। प्रभु दिए इस वचन के लिए धन्यवाद करेंगे। प्रेज द लॉर्ड, 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 प्रेज द लॉर्ड। वचन के साथ जीवन बिताने के लिए, शुक्रगुजार दिल से जीवन बिताने के लिए सहायता करना, इसलिए धन्यवाद करें। वचन सुने हैं, वचन के अनुसार परमेश्वर सानू जीवन गुजारने वास्ते शुक्रगुजारी दिल देना और धन्यवाद करने वास्ते परमेश्वर मदद करना, उसके लिए तारीफ करेंगे। प्रेज द लॉर्ड, प्रेज द लॉर्ड, प्रेज द लॉर्ड। पिता पुत्र पवित्र आत्मा परमेश्वर को दंडवत करते हुए धन्यवाद करेंगे। पिता पुत्र परमेश्वर नो मथा टेकते हुए तारीफ करेंगे। प्रेज द लॉर्ड, 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 प्रेज द लॉर्ड। प्रार्थना। परमेश्वर अब तक पहले दिन से उठने के दिन में आग्रहण खुदा आराधना करने के लिए तूने मदद किया खुदावंदा। धन्यवाद करते खुदावंद, इस मसीह हर एक सेवा को तूने आशीष दिया खुदावंद, गीत को सेवा आशीष दिया खुदावंद, वचन को सेवा आशीष दिया, पवित्र आत्मा से जलाया, नया शक्ति नया अभिषेक दिया खुदावंदा। परमेश्वर वचन को दोबारा खुदाम को खुदावंद जिलाया खुदावंदा। खुदावंद हमेशा शुक्र गुजारी से जीवन बिताना चाहिए। यहोवा भला है, तूने किया भलाई को खुदावंद, हम धन्यवाद करना चाहिए। तूने हमको कितना बड़े बड़े काम किया खुदावंदा, शुक्र गुजारी से रहना चाहिए खुदावंद। कोई भी भलाई को भूलना नहीं चाहिए खुदावंद। परमेश्वर तेरे साथ साथ खुदावंद हम भी चलना चाहिए खुदावंद। तू वचन को हमको प्रकट कर दिया, धन्यवाद करते खुदावंद। इस मसीहा एक एक वचन हमारे जीवन में पूरी तरह काम करने के लिए खुदावंद हमको मदद करना चाहिए खुदावंद। सारे बीमारी को दूर किया खुदावंद, सारे अपराध को माफ किया, सारे पाप को माफ किया खुदावंदा। परमेश्वर इसके अनुसार वचन के अनुसार हम जीवन बिता के पवित्र जीवन बिताकर खुदावंद, शुद्ध जीवन बिताकर तेरा आगमन दिखाई देने के लिए हम तेरे से दुआ करते खुदावंद। हमेशा खुदावंद तुझे किया भलाई को याद करना चाहिए, कभी भी नहीं भूलना चाहिए खुदावंद। परमेश्वर धन्यवाद करते खुदावंदा। या हमेशा खुदावंद तेरे वचन के अनुसार खुदावंद हमको जीवन बिताकर पवित्र होकर सिद्ध होकर तेरा राज को तैयार होने के लिए खुदावंद मत करना, राज्य में जाना है खुदावंदा। सारे पाप को खुदा ने क्षमा किया खुदावंद। खुदावंद अनजान व जान कर करके सारे पाप को क्षमा करके खुदावंद हमको पवित्र निर्दोष बनाया, धन्यवाद करता खुदावंदा। वचन को साथ हमारे साथ बात करके पवित्र किया खुदावंद, पवित्र वचन हमको भेजा, धन्यवाद करते खुदावंद। हमेशा वचन को द्वारा शुक्र गुजारी से खुदावंद बलि चढ़ाने के लिए, जीवन में बिताने के लिए परमेश्वर तो मदद करना। कितना लोग कलाम सुना है, सबको तो नहीं आशीष देना चाहिए, कभी भी इस वर्ष के भलाई को नहीं भूलना चाहिए खुदावंद। हमारा जीवन में बड़ा बड़ा काम करता खुदावंदा। परमेश्वर ये सारे शैतान का काम को नाश करके बीमारी से दूर करके खुदावंद हमेशा खुदावंद
तेरे साथ साथ चलने के लिए, वचन के अनुसार चलने के लिए, हमको मदद करने के लिए हम तेरे से दुआ करते। तेरा बिना अकेला हम कुछ नहीं कर सकता खुदावंदा। और जबूर के वचन के अनुसार खुदावंद की सारे भलाई को खुदावंद याद करके खुदावंद शुक्र गुजारी से हम जीवन बिताना चाहिए। कभी भी खुदावंद यीशु मसीह के कामों को भूलना नहीं चाहिए। खुदावंद यीशु मसीह शैतान के अंतर्गत शक्ति से हमको बचाना, बीमारी से, कष्ट से, दुख से, मुसीबत से, सब में तो बचाता, आज तक बचा कर रखा खुदावंद। बड़े बड़े काम किया सारे लोगों को खुदावंद, ये वचन सुनने वाला सारे लोग खुदावंद इसके अनुसार अपना जीवन को परमेश्वर को सौंप देना चाहिए। खुदावंद शुक्रगुजारी से रहना चाहिए। खुदावंद किया होगा भलाई को याद करना चाहिए। कभी भी यीशु मसीह की भलाई को भूलना नहीं चाहिए। शैतान को जगह नहीं देना चाहिए खुदावंदा। परमेश्वर भला है, पास्टर जी को भी खुदावंद 11 मुकाशवा पर प्रकट करके दिया खुदावंदा। खुदावंद शुक्र गुजारी के काम, शुक्र गुजारी के जीवन हम वचन को दोबारा सीखने के लिए तूने मदद किया, धन्यवाद करते खुदावंदा। परमेश्वर यीशु बहुत जल्दी आ रहा, खुदावंद तेरा आगमन को तैयार करना चाहिए। कितना लोग बीमार कष्ट में दुख में आया, सबको तूने शिफा देने के लिए हम तेरे से दुआ करते खुदावंदा। कलीसिया को आशीष देना खुदावंद, कलीसिया में कोई भी गड़बड़ नहीं करना चाहिए खुदावंदा। तेरा विरोध कोई भी उठना नहीं चाहिए खुदा बाप। धन्यवाद करते खुदावंदा, पवित्र होकर सिद्ध होकर काम होकर आगमन दिखाई देने के लिए मदद करने के लिए हम तेरे से दुआ करते हैं। कितना लोग दुआ मांगा, सबको तू आशीष देना चाहिए खुदावंदा। हमारा आत्मा प्राण देख तेरा हाथ में सौंपते, यीशु मसीह के नाम से मांगते हैं। Amen. Now may the grace of Lord Jesus Christ, the love of God, the sweet fellowship of the Holy Ghost rest abide with us till Jesus returns in His glory. Amen. Hallelujah. 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 सबको प्रेज द लॉर्ड, खुदा आशीष दे। बटाला के लिए प्रार्थना करना।